सत श्री अकाल जी। स्वागत है तुहाडा उड़ान इंस्टीट्यूट बठिंडा दे विच। अज दी इस क्लास दे विच असीं हिस्टरी डिस्कस करांगे। साडा अज दा जो कंसैप्ट आ हिस्टरी नूं लैके वो है कैपीटल्स ऑफ इंडिया, साडे देश दीआं राजधानियां। देखो इतिहास दे विच असीं पिछले लैक्चरस दे विच गल कीती है कि समय दे नाल नाल जोग्राफिकली ਵੱਖ-ਵੱਖ राजवंश पोलीटिकली चेंज आउंदे रहिंदे ने है ना। उसे बदलाव दे विच ही राजधानियां इंपोर्टेंट जगहां देश दीआं बदलदियां रहिंदियां ने। देश दे जोग्राफिकल स्ट्रक्चर दे विच जदों जिहड़ी जगह खास इंपोर्टेंस दिखाउंदी है उत्थों ही राजनीतिक शक्तियां दा उत्थान हुंदा ते उही ਜਿਹੜੀਆਂ देश ਦੀਆਂ राजधानी ਦੇ रूप ਦੇ ਵਿੱਚ ਉਹ ਜਗ੍ਹਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ। ਤਾਂ ਅਸੀਂ ਇਹਨਾਂ ਸਾਰੇ ਕਨਸੈਪਟਸ ਨੂੰ ਲੈ ਕੇ ਹੀ ਅੱਜ ਦਾ ਇਹ ਲੈਕਚਰ ਅਸੀਂ ਤਿਆਰ ਕੀਤਾਗਾ। ਆਸ ਆ ਤੁਹਾਨੂੰ ਪਸੰਦ ਆਊਗਾ। ਤਾਂ ਤੁਸੀਂ ਟਾਈਟਲ ਸਾਡੇ ਲੈਕਚਰ ਦਾ ਦੇਖ ਰਹੇ ਹੋਵੋਗੇ ਕਿ ਕੈਪੀਟਲਸ ਆਫ ਇੰਡੀਆ, ਸਾਡੇ ਦੇਸ਼ ਦੀਆਂ ਰਾਜਧਾਨੀਆਂ। ਤਾਂ ਸ਼ੁਰੂਆਤ ਅਸੀਂ ਬਿਲਕੁਲ ਸਟਾਰਟਿੰਗ ਤੋਂ ਕਰਾਂਗੇ। ਸਭ ਤੋਂ ਪੁਰਾਤਨ ਜਿਹੜੀ ਸਿਵਲਾਈਜੇਸ਼ਨ ਸੱਭਿਅਤਾ ਸੀ ਸਾਡੀ इंडस वैली सिविलाइजेशन है ना। इंडस वैली सिविलाइजेशन तो ही असी शुरुआत करते हैं। जिमें कि असी पिछले लैक्चर दे विच गल कीती सी कि बेसिकली तीन जदों असी हिस्टरी नूं पढ़दे हां तां तीन पार्ट्स ने उहदे है ना। एक ही है जी प्री हिस्टोरिक पीरियड, एक है जी प्रोटो हिस्टोरिक पीरियड, ते एक है जी हिस्टोरिक पीरियड। तो मैं तुहानूं थोड़ा याद दिवाउंदा जावां कि प्री हिस्टोरिक पीरियड वो समा हुंदा जदों सानूं कोई भाषा लैंगुएज नहीं मिलती तो असीं जिहड़े सोर्सिस ने जित्थों सानूं हिस्टरी का पता लगणागा वो सोर्सिस उस समय दियां कुछ तुसीं इमारती ढांचे रख लो, पत्थर दे औजार रख लो वगैरह वगैरह, इस तरह दीयां चीज़ां तो सानूं हिस्टरी बारे पता लगदागा है ना। फिर प्रोटो हिस्टोरिक पीरियड जे तुसीं इहदे नाल जोड़ के देखोगे तो स्टोन एज आ जी, यह इंडस वैली सिविलाइजेशन है जी। प्रोटो हिस्टोरिक पीरियड जदों सानू लैंगुएज भाषा मिल तां जांदी आ पर असीं उहनूं पढ़ नहीं सकते, उसनूं पढ़िया नहीं जा सकता। तो सोर्स फिर साडे कोले उस तरह दे ही रह जांदे ने कि लाइक बर्तन, कोई मोहरां उस समय दियां, कोई गहने वगैरह वगैरह, इन्हां तो ही सानू उस समय दे लोकां दी लाइफ स्टाइल दा जिंदगी दा पता लगदागा जिवें कि इंडस वैली सिविलाइजेशन दे विच हुंदा। ते हिस्टोरिक पीरियड दी शुरुआत कित्थों हुंदी असीं पढ़िया सी वैदिक एरा तो। वैदिक एरा जित्थों सानू भाषा मिल जांदी आ ते भाषा नूं असीं पढ़िया भी। ਤਾਂ ਜਦੋਂ ਅਸੀਂ ਕਿਤਾਬਾਂ ਗ੍ਰੰਥ ਪੜ੍ਹ ਕੇ ਉਹਨਾਂ ਸਮਿਆਂ ਬਾਰੇ ਜਾਣਕਾਰੀ ਸਾਨੂੰ ਮਿਲੀ ਉਹਨੂੰ ਅਸੀਂ ਹਿਸਟੋਰਿਕ ਪੀਰੀਅਡ ਕਹਿੰਦੇ ਹਾਂ। ਜਿਵੇਂ ਕਿ ਵੈਦਿਕ ਏਰਾ ਦੇ ਵਿੱਚ ਹੋਇਆ ਕਿ ਤੁਸੀਂ ਰਿਗਵੇਦ ਪੜ੍ਹਿਆ, ਸ਼ਾਮਵੇਦ ਪੜ੍ਹਿਆ, ਅਥਰਵ ਵੇਦ ਜਾਂ ਯਜੁਰਵੇਦ ਜਾਂ ਫਿਰ ਤੁਸੀਂ ਬ੍ਰਾਹਮਣ ਗ੍ਰੰਥ ਪੜ੍ਹੇ, ਅਰਣਿਕ ਗ੍ਰੰਥ ਪੜ੍ਹੇ ਵਗੈਰਾ ਵਗੈਰਾ, ਉਹਨਾਂ ਤੋਂ ਸਾਨੂੰ ਉਸ ਸਮੇਂ ਦੇ ਬਾਰੇ ਜਾਣਕਾਰੀਆਂ ਮਿਲੀਆਂ ਹੈ ਨਾ। ਤਾਂ ਇਹਨਾਂ ਇੱਥੋਂ ਹਿਸਟੋਰਿਕ ਪੀਰੀਅਡ ਦੇ ਵਿੱਚ ਵੈਦਿਕ ਏਰਾ ਤੋਂ ਹਿਸਟਰੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਅੱਜ ਤੱਕ ਹਿਸਟੋਰਿਕ ਪੀਰੀਅਡ ਚੱਲ ਰਿਹਾ ਕਿਉਂਕਿ ਸਾਡੇ ਕੋਲੇ ਲਿਖਤੀ ਸੋਰਸਸ ਮਿਲਦੇ ਨੇ ਅਤੇ ਅਸੀਂ ਉਹਨਾਂ ਨੂੰ ਪੜ੍ਹ ਸਕਦੇ ਹਾਂ ਹੈ ਨਾ। ਤਾਂ ਅਸੀਂ ਗੱਲ ਕੈਪੀਟਲਸ ਦੀ ਕਰਦੇ ਹਾਂ ਤਾਂ ਸਟੋਨ ਏਜ ਦੇ ਵਿੱਚ ਤਾਂ ਦੇਖੋ ਸਿਵਲਾਈਜੇਸ਼ਨਸ ਤਾਂ ਹੈ ਨਹੀਂ ਸੀਗੀ ਹੈ ਨਾ। ਲੋਕ ਅਲੱਗ-ਅਲੱਗ ਜੰਗਲਾਂ ਦੇ ਵਿੱਚ ਨੰਗਿਆਂ ਘੁੰਮਦੇ ਸੀ, ਫਿਰ ਹੌਲੀ-ਹੌਲੀ ਅੱਗ ਦੀ ਖੋਜ ਹੁੰਦੀ ਆ, ਖੇਤੀਬਾੜੀ, ਘਰ, ਜਾਨਵਰਾਂ ਨੂੰ ਪਾਲਤੂ ਬਣਾਉਣਾ ਵਗੈਰਾ ਵਗੈਰਾ, ਇਸ ਤਰੀਕੇ ਨਾਲ ਹੌਲੀ ਹੌਲੀ ਉਹ ਸਿਵਲਾਈਜੇਸ਼ਨ ਵੱਲ ਨੂੰ ਜਾਂਦੇ ਨੇ। ਤਾਂ ਇੰਡੀਆ ਦੀ ਪਹਿਲੀ ਸਿਵਲਾਈਜੇਸ਼ਨ ਕਿਹੜੀ ਆ? ਇੰਡਸ ਵੈਲੀ ਸਿਵਲਾਈਜੇਸ਼ਨ। ਤਾਂ ਸਾਡੀ ਕੈਪੀਟਲਸ ਵਾਲੇ ਕਨਸੈਪਟ ਦੀ ਸ਼ੁਰੂਆਤ ਅਸੀਂ ਇਸੇ ਸਿਵਲਾਈਜੇਸ਼ਨ ਤੋਂ ਹੀ ਕਰਾਂਗੇ। ਤਾਂ ਦੇਖੋ ਜੀ ਇਸ ਨਕਸ਼ੇ ਦੇ ਵਿੱਚ ਤੁਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਏਰੀਆ ਦੇਖ ਰਹੇ ਹੋ। ਤੁਸੀਂ ਪੜ੍ਹਿਆ, ਤੁਸੀਂ ਜਾਣਦੇ ਹੋ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਆ ਜੋ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਟਾਈਮ ਪੀਰੀਅਡ ਕੀ ਆ ਬਈ, ਜਿਸ ਤੇ ਇਤਿਹਾਸਕਾਰ ਇੱਕ ਮਤ ਹੁੰਦੇ ਨੇ 2500 ਤੋਂ ਲੈ ਕੇ 1750 BC ਟਾਈਮ ਪੀਰੀਅਡ ਮੰਨਿਆ ਜਾਂਦਾ ਇੰਡਸ ਵੈਲੀ ਸਿਵਲਾਈਜੇਸ਼ਨ ਦਾ। ਤੁਸੀਂ ਜਾਣਦੇ ਹੋ ਕਿ ਇੰਡਸ ਵੈਲੀ ਸਿਵਲਾਈਜੇਸ਼ਨ 13 ਲੱਖ वर्ग किलोमीटर ਦੇ ਵਿੱਚ फैली हुई सिविलाइजेशन है ना, जिहदा त्रिकोण बनता मांडा, आलमगीरपुर, दाइमाबाद ते सुक्ता जंडर है ना। इस खेतर ਦੇ ਵਿੱਚ नॉर्थ ਦੇ ਵਿੱਚ मांडा, नीचे साउथ ਦੇ ਵਿੱਚ दाइमाबाद महाराष्ट्र ਦੇ ਵਿੱਚ ਇਹ,
ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਆਲਮਗੀਰਪੁਰ ਪੂਰਬ ਦੇ ਵਿੱਚ, ਤੇ ਪੱਛਮ ਦੇ ਵਿੱਚ ਸੁਖਤਾ ਜੰਡਰ ਜਿਹੜਾ ਕਿ ਈਰਾਨੀ ਬਾਰਡਰ ਤੇ, ਪਾਕਿਸਤਾਨੀ ਈਰਾਨੀ ਬਾਰਡਰ ਤੇ ਆ। ਤਾਂ ਬੇਸਿਕਲੀ ਇਸ ਇਲਾਕੇ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਫੈਲੀ ਹੋਈ ਸੀ। ਹੁਣ ਇਹਦੇ ਚੋਂ ਕੀ ਹੈ ਜੀ ਕਿ ਕੈਪੀਟਲਸ, ਤਾਂ ਇੱਕ ਨਾਮ ਆਉਂਦਾ ਸਾਡੇ ਕੋਲੇ, ਉਹ ਹੈ ਜੀ ਸਟੂਅਰਟ ਪਿੰਗਟ ਦਾ। ਇਸ ਇਤਿਹਾਸਕਾਰ ਦੇ ਅਨੁਸਾਰ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ 2 ਰਾਜਧਾਨੀਆਂ ਸੀ। ਉਹ ਰਾਜਧਾਨੀਆਂ ਕਿਹੜੀਆਂ ਕਿਹੜੀਆਂ ਸੀ? ਇੱਕ ਤਾਂ ਮੋਹਨਜਦਾਰੋ, ਠੀਕ ਹੈ ਜੀ, ਤੇ ਇੱਕ ਹੜੱਪਾ। ਅਕੋਰਡਿੰਗ ਟੂ ਸਟੂਅਰਟ ਪਿਗਟ, ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਕੈਪੀਟਲ ਸੀਗੀਆਂ ਜਿਹੜੀਆਂ, ਨਾਰਥ ਕੈਪੀਟਲ, ਉੱਤਰੀ ਰਾਜਧਾਨੀ, ਉਹ ਹੜੱਪਾ ਨੂੰ ਕਿਹਾ ਜਾਂਦਾ ਸੀ ਜੀ, ਤੇ ਸਾਊਥ ਕੈਪੀਟਲ ਜਿਸ ਨੂੰ ਦੱਖਣੀ ਰਾਜਧਾਨੀ, ਉਹ ਮੋਹਨਜਦਾਰੋ ਨੂੰ ਕਿਹਾ ਜਾਂਦਾ ਸੀਗਾ ਜੀ। ਠੀਕ ਹੈ ਜੀ, ਤੁਸੀਂ ਜਾਣਦੇ ਹੋ ਇੰਡਸ ਵੈਲੀ ਸਿਵਲਾਈਜੇਸ਼ਨ ਵਾਲਾ ਜਦੋਂ ਆਪਾਂ ਕਨਸੈਪਟ ਪੜ੍ਹਿਆ ਕਿ ਹੜੱਪਾ ਦੀ ਖੋਜ ਕਿਸ ਨੇ ਕੀਤੀ ਆ? 1921 ਦੇ ਵਿੱਚ ਦਿਆਰਾਮ ਸਾਹਨੀ ਨੇ ਹੜੱਪਾ ਦੀ ਖੋਜ ਕੀਤੀ ਹੈ, ਤੇ ਮੋਹਨਜਦਾਰੋ ਦੀ 1922 ਦੇ ਵਿੱਚ R.D. ਬੈਨਰਜੀ, ਰਾਖਲ ਦਾਸ ਬੈਨਰਜੀ ਨੇ ਮੋਹਨਜਦਾਰੋ ਦੀ ਖੋਜ ਕੀਤੀ ਸੀਗੀ। ਇਸ ਪੂਰੀ ਸਿਵਲਾਈਜੇਸ਼ਨ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਨਾਮ ਕਿਹਨੇ ਦਿੱਤਾ? ਜੌਨ ਮਾਰਸ਼ਲ ਨੇ ਦਿੱਤਾ ਸੀਗਾ ਜੀ। ਠੀਕ ਹੈ ਜੀ, ਤਾਂ ਕੈਪੀਟਲਸ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ, ਜਿੱਥੇ ਸਾਡੇ ਇਤਿਹਾਸਕਾਰ ਇੱਕ ਮਤ ਹੁੰਦੇ ਨੇ ਤੇ ਸਟੂਅਰਟ ਪਿਗਟ ਦੇ ਇਸ ਰਾਏ ਨਾਲ ਸਹਿਮਤ ਹੁੰਦੇ ਨੇ ਕਿ ਹੜੱਪਾ ਉਸ ਸਮੇਂ ਦੀ ਉੱਤਰੀ ਰਾਜਧਾਨੀ ਸੀ ਤੇ ਮੋਹਨਜਦਾਰੋ ਉਸ ਸਮੇਂ ਦੀ ਦੱਖਣੀ ਰਾਜਧਾਨੀ ਸੀ। ਤਾਂ ਸਭ ਤੋਂ ਪਹਿਲੀ ਸਿਵਲਾਈਜੇਸ਼ਨ ਹੈ ਜੀ ਇਹ। ਇਸ ਸਿਵਲਾਈਜੇਸ਼ਨ ਦੇ ਵਿੱਚ ਜਿਸ 2 ਵੱਡੇ ਨਗਰਾਂ ਨੂੰ ਜਾਂ ਸ਼ਹਿਰਾਂ ਨੂੰ ਰਾਜਧਾਨੀ ਦਾ ਦਰਜਾ ਦਿੱਤਾ ਜਾਂਦਾ, ਉਹ ਹੜੱਪਾ ਤੇ ਮੋਹਨਜਦਾਰੋ ਆ, ਉੱਤਰੀ ਤੇ ਦੱਖਣੀ ਰਾਜਧਾਨੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਅੱਗੇ ਚੱਲ ਕੇ ਜੀ ਤੁਸੀਂ ਜਾਣਦੇ ਹੋ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਬਾਅਦ ਵੈਦਿਕ ਇਰਾ, ਹਨਾ, ਵੈਦਿਕ ਕਾਲ ਸ਼ੁਰੂ ਹੋ ਜਾਂਦਾ, ਜਿਸ ਦਾ ਸਮਾਂ ਮੰਨਿਆ ਜਾਂਦਾ 1500 ਤੋਂ ਲੈ ਕੇ 600 BC। ਇਹਦੇ ਤੁਸੀਂ ਜਾਣਦੇ ਹੋ ਕਿ ਉੱਤਰ ਵੈਦਿਕ ਕਾਲ ਤੇ ਵੈਦਿਕ ਕਾਲ, ਜਿਹੜਾ 1500 ਤੋਂ 1000 ਦਾ ਸਮਾਂ, ਉਹਨੂੰ ਅਸੀਂ ਵੈਦਿਕ ਕਾਲ ਕਹਿੰਦੇ ਆ। ਵੈਦਿਕ ਕਾਲ ਦਾ ਮਤਲਬ ਕਿ ਇਸ ਸਮੇਂ ਦੇ ਵਿੱਚ ਸਭ ਤੋਂ ਪੁਰਾਤਨ ਗ੍ਰੰਥ ਆ ਜੋ ਰਿਗਵੇਦ ਤੋਂ ਹੀ ਸਾਨੂੰ ਜਾਣਕਾਰੀ ਮਿਲਦੀ ਆ ਇਸ ਸਮੇਂ ਦੀ, ਜਿਹੜਾ ਕਿ 1500 ਤੋਂ 1000 BC ਦਾ ਸਮਾਂ, ਜਿਹੜਾ ਇਸ ਸਮੇਂ ਦੀ ਜਾਣਕਾਰੀ ਸਾਨੂੰ ਰਿਗਵੇਦਾ ਤੋਂ ਮਿਲਦੀ ਹੈ ਜੀ। ਠੀਕ ਹੈ ਜੀ, ਤਾਂ ਕਰਕੇ ਇਸ ਸਮੇਂ ਨੂੰ ਅਸੀਂ ਕੀ ਬੋਲਦੇ ਹਾਂ? ਵੈਦਿਕ ਇਰਾ ਬੋਲਦੇ ਹਾਂ। ਇੱਕ ਫਿਰ ਅਸੀਂ ਕਨਸੈਪਟ ਨੂੰ ਇਹਨੂੰ ਸੌਖਾ ਸਮਝਣ ਲਈ ਇੱਕ ਕਨਸੈਪਟ ਲੈ ਕੇ ਆਉਂਦੇ ਸੀ, ਲੇਟਰ ਵੈਦਿਕ ਇਰਾ, ਜਿਹੜਾ ਕਿ 1000 ਤੋਂ 600 BC ਦਾ ਸਮਾਂ, ਇਹਨੂੰ ਅਸੀਂ ਲੇਟਰ ਵੈਦਿਕ ਇਰਾ ਕਹਿ ਦਿੰਦੇ ਹਾਂ ਜੀ। ਠੀਕ ਹੈ ਜੀ, ਤਾਂ ਇਹ 2 ਸਮਿਆਂ ਦੇ ਵਿੱਚ ਵੈਦਿਕ ਇਰਾ ਵੰਡਿਆ ਹੋਇਆ ਗਾ। ਇਹਨਾਂ 2 ਸਮਿਆਂ ਦੇ ਵਿੱਚ ਕੀ ਆ ਕਿ ਇੱਥੇ ਕੈਪੀਟਲ ਕਿਹੜੀ ਸੀ? ਦੇਖੋ ਵੈਦਿਕ ਇਰਾ ਦੇ ਵਿੱਚ ਜਦੋਂ ਅਸੀਂ ਵੈਦਿਕ ਇਰਾ ਬਾਰੇ ਪੜ੍ਹਦੇ ਹਾਂ ਤਾਂ ਉਦੋਂ ਸਾਡੇ ਕੋਲੇ ਇੱਕ ਕਨਸੈਪਟ ਆਉਂਦਾ। ਉਹ ਕਨਸੈਪਟ ਕੀ ਆ ਕਿ ਸਾਡੇ ਵੇਦਾਂ, ਸਾਡੇ ਇਸ ਸਮੇਂ ਦੇ ਲਿਟਰੇਚਰ ਦੇ ਵਿੱਚ ਕੀ ਲਿਖਿਆ ਹੋਇਆ ਕਿ ਉਦੋਂ ਇੱਥੇ 16 ਮਹਾਜਨਪਦ ਸੀਗੇ ਜੀ। 16 ਮਹਾਜਨਪਦ, ਮਤਲਬ ਕਿ ਇਹ ਏਰੀਆ ਪੂਰਾ, ਇਹ ਹਾਲਾਂਕਿ ਇਹਦੇ 'ਚ ਜੇ ਤੁਸੀਂ ਪ੍ਰਾਂਤਨ ਪਾਕਿਸਤਾਨ, ਪ੍ਰਾਂਤਨ ਇੰਡੀਆ ਜਿਹਦੇ ਵਿੱਚ ਪਾਕਿਸਤਾਨ ਵੀ ਇਨਵੋਲਵ ਸੀ, ਉਹਨੂੰ ਸਾਰਿਆਂ ਨੂੰ ਦੇਖੋਗੇ ਤਾਂ ਇੱਥੇ 16 ਰਾਸ਼ਟਰ ਸੀ, 16 ਦੇਸ਼ ਕਹਿ ਲਓ, 16 ਕਬੀਲੇ ਕਹਿ ਲਓ, ਜਾਂ 16 ਮਹਾਜਨਪਦ ਕਹਿ ਲਓ। ਉਹਨਾਂ ਦੇ ਵਿੱਚ ਇਹ ਵੰਡਿਆ ਹੋਇਆ ਸੀ, ਜਿਵੇਂ ਕਿ ਤੁਸੀਂ ਮੈਪ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਕੁਰੂ, ਪੰਚਾਲ, ਵਸਤ, ਅਵੰਤੀ ਵਗੈਰਾ ਵਗੈਰਾ, ਮਗਧ, ਇਹ ਅਲੱਗ-ਅਲੱਗ ਜਿਹੜਾ ਹੈਗਾ ਮਹਾਜਨਪਦਾਂ ਦੇ ਨਾਮ ਸੀ ਜਿਹੜੇ ਬਹੁਤ ਇੰਪੋਰਟੈਂਟ ਸੀ। ਪਰ ਇਹਨਾਂ ਸਭ ਤੋਂ ਇੰਪੋਰਟੈਂਟ ਇਹਨਾਂ 16 ਦੇ ਵਿੱਚੋਂ ਕਿਹੜਾ ਮਹਾਜਨਪਦ ਨਿਕਲ ਕੇ ਆਇਆ? ਉਹ ਹੈਗਾ ਜੀ ਮਗਧ। ਮਗਧ
ਇਹਦਾ ਕੀ ਕਾਰਨ ਆ ਵੀ ਮਗਧ ਹੀ ਕਿਉਂ ਇਹਨਾਂ 16 ਮਹਾਜਨਪਦਾਂ ਦੇ ਵਿੱਚੋਂ ਇੰਪੋਰਟੈਂਟ ਹੋ ਕੇ ਨਿਕਲ ਕੇ ਆਇਆ, ਮਹੱਤਵਪੂਰਨ ਹੋਇਆ? ਉਹਦਾ ਕਾਰਨ ਇਹ ਆ ਕਿ ਜਿਹੜਾ ਵੈਦਿਕ ਘੇਰਾ, ਲੇਟਰ ਵੈਦਿਕ ਘੇਰਾ, ਮਤਲਬ ਕਿ 1000 ਤੋਂ 600 BC ਵਾਲਾ ਸਮਾਂ ਮੰਨਿਆ ਜਾਂਦਾ, ਜਿਹੜਾ ਲੇਟਰ ਵੈਦਿਕ ਘੇਰਾ, ਉਹਦੇ ਵਿੱਚ ਇੱਕ ਖੋਜ ਹੁੰਦੀ ਆ ਆਇਰਨ ਦੀ, ਲੋਹੇ ਦੀ ਖੋਜ ਹੁੰਦੀ ਹੈ ਜੀ। ਲੋਹੇ ਦੀ ਖੋਜ ਸਭ ਤੋਂ ਪੁਰਾਤਨ ਤਾਂ ਤਾਂਬਾ ਤੁਸੀਂ ਜਾਣਦੇ ਹੋ, ਪਰ ਲੇਟਰ ਵੈਦਿਕ ਘੇਰਾ ਦੇ ਵਿੱਚ ਇੱਕ ਹੋਰ ਧਾਤ ਮਿਲਦੀ ਹੈ ਇਨਸਾਨ ਨੂੰ, ਹੈ ਜੀ ਲੋਹਾ, ਜਿਸ ਦੇ ਨਾਲ ਇੱਕ ਕ੍ਰਾਂਤੀ ਆ ਜਾਂਦੀ ਹੈ ਇਨਸਾਨੀ ਜੀਵਨ ਦੇ ਵਿੱਚ, ਕਿਉਂਕਿ ਉਹਦੇ ਨਾਲ ਨਵੇਂ ਔਜ਼ਾਰ ਬਣਦੇ ਨੇ, ਹਥਿਆਰ ਬਣਦੇ ਨੇ, ਜ਼ਮੀਨਾਂ ਨੂੰ ਵਾਹੁਣਾ ਸੌਖਾ ਹੋ ਜਾਂਦਾ ਵਗੈਰਾ ਵਗੈਰਾ। ਤੇ ਉਹ ਖੋਜ ਹੁੰਦੀ ਕਿੱਥੇ ਆ? ਉਹ ਖੋਜ ਐਸ ਏਰੀਏ 'ਚ ਮਗਧ 'ਚ ਹੁੰਦੀ ਹੈ ਜੀ। ਅੱਜ ਦਾ ਬਿਹਾਰ, ਉੜੀਸਾ ਜੋ ਇਲਾਕਾ, ਇਸ ਇਲਾਕੇ ਦੇ ਵਿੱਚ ਹੀ ਲੋਹੇ ਦੀ ਖੋਜ ਸਭ ਤੋਂ ਪੁਰਾਤਨ ਸਮੇਂ 'ਚ ਪਹਿਲਾਂ ਹੋਈ ਆ। ਬਿਹਾਰ, ਉੜੀਸਾ, ਬੰਗਾਲ ਦਾ ਕੁਛ ਭਾਗ ਆ ਜਿਹੜਾ ਉਹ, ਤਾਂ ਮਗਧ ਦੇ ਵਿੱਚ ਲੋਹੇ ਦੀ ਖੋਜ ਹੁੰਦੀ ਆ। ਤੁਸੀਂ ਜਾਣਦੇ ਹੋ ਕਿ ਜਿੱਥੇ ਇੰਪੋਰਟੈਂਟ ਕੋਈ ਧਾਤ, ਕੋਈ ਇਸ ਤਰ੍ਹਾਂ ਦੀ ਚੀਜ਼ ਮਿਲਦੀ ਹੈ, ਸ਼ਕਤੀ, ਪੋਲੀਟੀਕਲ ਪਾਵਰ ਵੀ ਉੱਥੋਂ ਹੀ ਉਪਜਦੀ ਆ। ਤਾਂ ਇਹਨਾਂ 16 ਮਹਾਜਨਪਦਾਂ ਦੇ ਵਿੱਚੋਂ ਮਗਧ ਸਭ ਤੋਂ ਇੰਪੋਰਟੈਂਟ ਹੋ ਨਿਬੜਿਆ, ਕਿਉਂਕਿ ਲੋਹੇ ਦੀ ਖੋਜ ਉੱਥੋਂ ਹੋ ਗਈ, ਤਾਂ ਪਾਵਰ ਨੇ ਵੀ ਉੱਥੋਂ ਹੀ ਨਿਕਲਣਾ ਸੀ। ਤਾਂ ਮਗਧ ਇੱਕ ਇੰਪੋਰਟੈਂਟ ਜਿਹੜੀ ਹੈਗੀ ਆ ਜਗ੍ਹਾ ਬਣ ਕੇ ਨਿਕਲਦਾ। ਤਾਂ ਮਗਧ ਦੀ ਰਾਜਧਾਨੀ ਕਿਹੜੀ ਸੀਗੀ ਜੀ? ਇਹ ਬਹੁਤ ਇੰਪੋਰਟੈਂਟ ਆ। ਮਗਧ ਮਹਾਜਨਪਦ ਦੀ ਰਾਜਧਾਨੀ ਕਿਹੜੀ ਸੀ? ਸਭ ਤੋਂ ਪਹਿਲਾਂ ਇਹਦੀ ਰਾਜਧਾਨੀ ਸੀਗੀ ਜੀ ਰਾਜਗ੍ਰਹਿ। ਰਾਜਗ੍ਰਹਿ, ਰਾਜਗ੍ਰਹਿ ਇਹਦੀ ਰਾਜਧਾਨੀ ਸੀਗੀ ਜੀ। ਤੁਸੀਂ ਆਹ ਦੇਖ ਰਹੇ ਹੋਵੋਗੇ, ਰਾਜਗ੍ਰਹਿ, ਠੀਕ ਹੈ ਜੀ, ਪਹਿਲੀ ਇੰਪੋਰਟੈਂਟ ਰਾਜਧਾਨੀ ਸੀ। ਉਦੋਂ ਬਾਅਦ ਇਸੇ ਮਗਧ ਤੋਂ ਆਪਾਂ ਅੱਗੇ ਵੀ ਗੱਲ ਕਰਾਂਗੇ ਕਿ ਇਸੇ ਮਗਧ ਤੇ ਹੀ ਇੱਕ ਰਾਜ ਇਸਟੈਬਲਿਸ਼ ਹੁੰਦਾ, ਇੰਡੀਆ ਦਾ ਪਹਿਲਾ ਰਾਜ, ਉਹ ਹੈ ਜੀ ਮੌਰੀਆ ਰਾਜ, ਹੈ ਨਾ। ਮੌਰੀਅਨਸ ਨੇ ਆਪਦੀ ਰਾਜਧਾਨੀ ਪਾਟਲੀਪੁੱਤਰ ਨੂੰ ਬਣਾਇਆ। ਜੋ ਮਗਧ ਦੀ ਪਹਿਲੀ ਰਾਜਧਾਨੀ ਸੀ ਉਹ ਰਾਜਗ੍ਰਹਿ ਆ। ਰਾਜਗ੍ਰਹਿ ਤੋਂ ਬਾਅਦ ਇਹਦੀ ਜਿਹੜੀ ਨੈਕਸਟ ਰਾਜਧਾਨੀ ਬਣਦੀ ਆ, ਉਹ ਬਣਦੀ ਆ ਜੀ ਪਾਟਲੀਪੁੱਤਰ। ਪਾਟਲੀਪੁੱਤਰ ਜੀ ਜਿਹੜੀ ਅਗਲੀ ਰਾਜਧਾਨੀ ਬਣਦੀ ਆ, ਠੀਕ ਹੈ ਜੀ। ਹਰਿਆਣਕ ਵੰਸ਼ ਦਾ ਇੱਕ ਰਾਜਾ ਸੀ ਉਦੈਨ, ਉਹਨੇ ਇਸ ਪਾਟਲੀਪੁੱਤਰ, ਹਰਿਆਣਕ ਵੰਸ਼ ਦਾ ਰਾਜਾ ਸੀ ਉਦੈਨ, ਉਸਨੇ ਇਸ ਪਾਟਲੀਪੁੱਤਰ ਨਗਰ ਦੀ ਸਥਾਪਨਾ ਕੀਤੀ ਸੀਗੀ। ਪਾਟਲੀਪੁੱਤਰ ਆਪਾਂ ਨੈਕਸਟ ਤੇ ਗੱਲ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਪਾਟਲੀਪੁੱਤਰ, ਠੀਕ ਹੈ ਜੀ। ਹਰਿਆਣਕ ਵੰਸ਼ ਦਾ ਇੱਕ ਰਾਜਾ ਸੀ ਉਦੈਨ, ਉਹਨੇ ਇਸ ਨਗਰ ਦੀ ਸਥਾਪਨਾ ਕੀਤੀ ਸੀਗੀ। ਉਸ ਤੋਂ ਬਾਅਦ ਇਹ ਪਾਟਲੀਪੁੱਤਰਾ ਜੋ ਇਹ ਮੌਰੀਅਨਸ ਦੀ ਜਿਹੜਾ ਸਭ ਤੋਂ ਪੁਰਾਤਨ ਜਾਂ ਪਹਿਲਾ ਰਾਜ ਮੰਨਿਆ ਜਾਂਦਾ ਹਿੰਦੁਸਤਾਨ ਦਾ, ਉਹਨਾਂ ਦੀ ਰਾਜਧਾਨੀ ਕਿਹੜੀ ਸੀ? ਪਾਟਲੀਪੁੱਤਰ ਸੀਗੀ ਜੀ, ਜਿਹਦੀ ਸਥਾਪਨਾ ਉਦੈਨ, ਹਰਿਆਣਕ ਵੰਸ਼ ਦਾ ਰਾਜਾ ਸੀ, ਉਹਨੇ ਕੀਤੀ ਸੀਗੀ ਜੀ। ਠੀਕ ਹੈ ਜੀ। ਇਸ ਤੋਂ ਬਾਅਦ ਜੇ ਅਸੀਂ ਥੋੜਾ ਪਾਟਲੀਪੁੱਤਰ ਬਾਰੇ ਥੋੜਾ ਅਸੀਂ ਹੋਰ ਇਹਨੂੰ ਸਮਝਣ ਦੀ ਜਾਂ ਦੇਖਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਇਹ ਇੰਪੋਰਟੈਂਟ ਕਨਸੈਪਟ ਆ, ਤਾਂ ਇਸੇ ਸ਼ਹਿਰ ਨੂੰ ਅਜ਼ੀਮਾਬਾਦ ਵੀ ਨਾਮ ਦਿੱਤਾ ਗਿਆ ਮੁਗਲ ਰਾਜ ਵੇਲੇ ਜੀ। ਮੁਗਲ ਰਾਜ ਵੇਲੇ ਇਹਦਾ ਨਾਮ ਅਜ਼ੀਮਾਬਾਦ ਸੀ ਜੀ। ਤੇ ਸਭ ਤੋਂ ਇੰਪੋਰਟੈਂਟ, ਪਾਟਲੀਪੁੱਤਰ ਨੂੰ ਨਾਮ ਦਿੱਤਾ ਪਟਨਾ, ਹਨਾ। ਪਟਨਾ ਕਿਹਨੇ ਨਾਮ ਦਿੱਤਾ? ਸ਼ੇਰ ਸ਼ਾਹ ਸੂਰੀ ਨੇ ਦਿੱਤਾ ਜੀ ਨਾਮ ਪਟਨਾ। ਤਾਂ ਪਾਟਲੀਪੁੱਤਰ ਮਗਧ ਦੀ ਜਿਹੜੀ ਲੰਮਾ ਸਮਾਂ ਰਾਜਧਾਨੀ ਰਹੀ, ਮੌਰੀਅਨਸ ਵੇਲੇ ਵੀ ਰਾਜਧਾਨੀ ਰਹੀ। ਫਿਰ ਇਸੇ ਮਗਧ ਤੋਂ ਹੀ ਅੱਗੇ ਇੱਕ ਹੋਰ ਬਹੁਤ ਇੰਪੋਰਟੈਂਟ ਰਾਜ ਐਸਟੈਬਲਿਸ਼ ਹੁੰਦਾ, ਜਿਹੜਾ ਕਿ ਗੁਪਤਾਸ ਰਾਜ ਆ। ਗੁਪਤਾਸ ਦੀ ਰਾਜਧਾਨੀ ਵੀ ਪਾਟਲੀਪੁੱਤਰ ਹੀ ਰਹੀ ਸੀ। ਤਾਂ ਉਹੀ ਪਾਟਲੀਪੁੱਤਰ ਜਿਹਦੀ ਸਥਾਪਨਾ ਉਦੈਨ ਨੇ ਹਰਿਆਣਕ ਵੰਸ਼ ਨਾਲ ਸੰਬੰਧਿਤ ਜੋ ਰਾਜਾ ਸੀ ਉਸਨੇ ਕੀਤੀ ਸੀ। ਫਿਰ ਇਸੇ ਪਾਟਲੀਪੁੱਤਰ ਨੂੰ ਪਟਨਾ ਦਾ ਨਾਮ ਸ਼ੇਰ ਸ਼ਾਹ ਸੂਰੀ ਨੇ ਦਿੱਤਾ। ਮੁਗਲ ਰਾਜ ਵੇਲੇ ਇਹਨੂੰ ਅਜ਼ੀਮਾਬਾਦ ਕਿਹਾ ਜਾਂਦਾ ਸੀਗਾ ਜੀ, ਠੀਕ ਹੈ ਜੀ। ਪਰ ਮੁਗਲਾਂ ਦੀ ਇਹ ਰਾਜਧਾਨੀ ਨਹੀਂ ਸੀ, ਉਹ ਅੱਗੇ ਜਾ ਕੇ ਆਪਾਂ ਮੁਗਲਾਂ ਦੇ ਵੇਲੇ ਗੱਲ ਕਰਾਂਗੇ।
ਇਹ ਰਾਜਧਾਨੀ ਮੌਰੀਅਨ ਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀਗੀ ਜੀ। ਤਾਂ ਇਹ ਇੰਪੋਰਟੈਂਟ ਚੀਜ਼ ਆ ਜੀ। ਅੱਗੇ ਚੱਲਦੇ ਹਾਂ। ਅੱਗੇ ਗੱਲ ਆਉਂਦੀ ਹੈ ਜੀ ਗੁਪਤ ਰਾਜ ਦੀ। ਗੁਪਤ ਰਾਜ, ਗੁਪਤਾਸ ਦੀ ਰਾਜਧਾਨੀ ਵੀ ਪਾਟਲੀਪੁੱਤਰ ਸੀਗੀ ਬਾਈ। ਤੁਸੀਂ ਇੱਥੇ ਦੇਖ ਰਹੇ ਹੋ ਕਿ ਗੁਪਤਾਸ ਦੀ ਰਾਜਧਾਨੀ ਵੀ ਪਾਟਲੀਪੁੱਤਰ ਸੀਗੀ ਜੀ। ਤਾਂ ਬਹੁਤ ਇੰਪੋਰਟੈਂਟ ਰਿਹਾ ਇਹ। ਗੁਪਤਾਸ ਹੋ ਗਿਆ, ਮੌਰੀਅਨਸ ਹੋ ਗਿਆ, ਇਸ ਸਮੇਂ ਇਹਨਾਂ ਦੀ ਰਾਜਧਾਨੀ ਪਾਟਲੀਪੁੱਤਰ ਹੀ ਕਿਉਂ ਰਹੀ? ਕਿਉਂਕਿ ਇਹਦੇ 'ਚ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇਹ ਏਰੀਆ ਪੂਰੇ ਦਾ ਪੂਰਾ ਆਹ ਵਾਲਾ, ਇੱਥੋਂ ਆਇਰਨ ਮਿਲਿਆ ਜੀ। ਜਿੱਥੋਂ ਇੰਪੋਰਟੈਂਟ ਸਥਾਨ ਉਹ ਬਣਿਆ ਕਿਵੇਂ? ਕਿਉਂਕਿ ਉੱਥੋਂ ਉਸ ਸਮੇਂ ਦੀ ਸਭ ਤੋਂ ਇੰਪੋਰਟੈਂਟ ਧਾਤ ਆ ਜਿਹੜੀ ਆਇਰਨ ਮਿਲੀ ਆ ਉੱਥੋਂ, ਜਿਸ ਦਾ ਇਸਤੇਮਾਲ ਹਥਿਆਰਾਂ ਦੇ ਵਿੱਚ, ਔਜ਼ਾਰਾਂ ਦੇ ਵਿੱਚ, ਵੱਖ-ਵੱਖ ਜਿਹੜਾ ਹੈਗਾ ਤਰੀਕਿਆਂ ਨਾਲ ਕੀਤਾ ਜਾਂਦਾ ਸੀ। ਤਾਂ ਜਿੱਥੇ ਇਸ ਜਗ੍ਹਾ, ਕੋਈ ਵੀ ਜਗ੍ਹਾ ਇਸ ਤਰ੍ਹਾਂ ਦੀ ਹੁੰਦੀ ਹੈ ਜਾਂ ਜ਼ਿਆਦਾ ਉਪਜਾਊ ਹੁੰਦੀ ਹੈ ਜਾਂ ਇਸ ਤਰ੍ਹਾਂ ਦੇ ਉੱਥੇ ਕੋਈ ਨਾ ਕੋਈ ਖਣਿਜ ਮਿਲਦੇ ਨੇ, ਹੈ ਨਾ, ਉੱਥੇ ਪਾਵਰ ਵੀ ਜਨਰੇਟ ਹੁੰਦੀ ਆ। ਇਹ ਅੱਜ ਦੇ ਸਮੇਂ 'ਤੇ ਵੀ ਗੱਲ ਆ ਅਤੇ ਪੁਰਾਤਨ ਸਮੇਂ 'ਤੇ ਵੀ ਸੀਗੀ। ਤਾਂ ਇਹ ਇਲਾਕਾ ਬਹੁਤ ਇਸ ਪੱਖ ਤੋਂ ਮਹੱਤਵਪੂਰਨ ਸੀ। ਤਾਂ ਕਰਕੇ ਇੱਥੇ ਮੌਰੀਅਨਸ ਵੀ ਰਾਜ, ਉਹਨਾਂ ਦਾ ਸ਼ੁਰੂਆਤ ਚੰਦਰਗੁਪਤ ਮੌਰੀਆ ਨੇ ਜਦੋਂ ਨੰਦ ਵੰਸ਼ ਦੇ ਰਾਜੇ ਧਨਾਨੰਦ ਨੂੰ ਹਰਾਇਆ ਤਾਂ ਉਹਦੀ ਸ਼ੁਰੂਆਤ ਇੱਥੋਂ ਹੀ ਹੋਈ ਹੈ ਨਾ। ਫਿਰ ਉਸ ਤੋਂ ਬਾਅਦ ਗੁਪਤਾਸ ਦੀ ਗੱਲ ਕਰਦੇ ਹਾਂ, ਚਾਹੇ ਤੁਸੀਂ ਸਮੁੰਦਰਗੁਪਤ, ਚੰਦਰਗੁਪਤ, ਵਿਕਰਮਾਦਿੱਤਿਆ ਦੀ ਗੱਲ ਕਰੋਗੇ ਤਾਂ ਉਹਨਾਂ ਨੇ ਵੀ ਆਪਦੀ ਰਾਜਧਾਨੀ ਪਾਟਲੀਪੁੱਤਰ ਨੂੰ ਹੀ ਬਣਾਇਆ। ਤਾਂ ਹੁਣ ਤੱਕ ਆਪਾਂ ਜਿਹੜੀਆਂ ਰਾਜਧਾਨੀਆਂ ਦੀ ਗੱਲ ਕੀਤੀ ਆ ਉਹਦੇ 'ਚ ਕੀ ਆ ਕਿ ਜੇ ਅਸੀਂ ਗੱਲ ਕਰੀਏ ਕਿ ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਸਟੂਅਰਟ ਪਿਗਟ ਦੇ ਅਕੋਰਡਿੰਗ ਰਾਜਧਾਨੀਆਂ ਸੀ ਉੱਤਰੀ ਅਤੇ ਦੱਖਣੀ ਰਾਜਧਾਨੀ ਜਿਹੜੀ ਕਿ ਹੜੱਪਾ ਅਤੇ ਮੋਹਨਜੋਦਾਰੋ ਸੀ, ਹੈ ਨਾ। ਫਿਰ ਉਸ ਤੋਂ ਬਾਅਦ ਜਦੋਂ ਇੱਥੇ 16 ਮਹਾਜਨ ਪਦ ਸੀਗੇ ਪੂਰੇ ਇਸ ਖੇਤਰ ਦੇ ਵਿੱਚ, ਤਾਂ ਇੱਥੇ ਉਹਨਾਂ 16 ਮਹਾਜਨ ਪਦ ਦੇ ਵਿੱਚੋਂ ਮਗਧ ਇੱਕ ਇੰਪੋਰਟੈਂਟ ਮਹਾਜਨ ਪਦ ਬਣ ਕੇ ਉੱਭਰਿਆ ਕਿਉਂਕਿ ਉੱਥੋਂ ਲੋਹਾ ਸਾਨੂੰ ਮਿਲਿਆ। ਅਤੇ ਉਸ ਮਗਧ ਦੀ ਜਿਹੜੀ ਮੁੱਢਲੇ ਰੂਪ 'ਚ ਰਾਜਧਾਨੀ ਸੀ ਉਹ ਰਾਜਗ੍ਰਹਿ ਸੀ। ਰਾਜਗ੍ਰਹਿ ਤੋਂ ਬਾਅਦ ਫਿਰ ਇਸੇ ਜਿਹੜੀ ਮਹਾਜਨ ਪਦ ਦੀ ਰਾਜਧਾਨੀ ਪਾਟਲੀਪੁੱਤਰ ਬਣਦੀ ਹੈ। ਇਸ ਤੋਂ ਬਾਅਦ ਪਹਿਲਾ ਰਾਜ ਇੱਥੇ ਬਣ ਕੇ ਉੱਭਰਦਾ ਉਹ ਮੌਰੀਅਨਸ ਆ ਜੀ। ਮੌਰੀਅਨਸ ਦੀ ਰਾਜਧਾਨੀ ਆਪਾਂ ਗੱਲ ਕੀਤੀ ਹੈ ਕਿ ਪਾਟਲੀਪੁੱਤਰ ਆ ਜੀ, ਠੀਕ ਹੈ ਜੀ। ਇਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਗੁਪਤਾਸ ਰਾਜ ਆਉਂਦਾ ਸਾਡੇ ਇੱਥੇ। ਗੁਪਤਾਸ ਦੀ ਰਾਜਧਾਨੀ ਵੀ ਪਾਟਲੀਪੁੱਤਰ ਹੀ ਰਹੀ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਅੱਗੇ ਆਉਂਦਾ ਜੀ ਹਰਸ਼ਵਰਧਨ ਦਾ ਰਾਜ। ਹਰਸ਼ਵਰਧਨ ਨੂੰ ਅਸੀਂ ਵਰਧਨ ਵੰਸ਼ ਨੂੰ ਸ਼ੁਰੂਆਤੀ ਦੌਰ 'ਚ ਪੁਸ਼ਯਭੂਤੀ ਵੰਸ਼ ਵੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਇਹਦੀ ਸਥਾਪਨਾ ਕੀਤੀ ਸੀ। ਅਤੇ ਇਸ ਵੰਸ਼ ਦਾ ਸਭ ਤੋਂ ਇੰਪੋਰਟੈਂਟ ਰਾਜਾ ਕੌਣ ਸੀ? ਹਰਸ਼ਵਰਧਨ। ਦੇਖੋ ਵਰਧਨਾਂ ਦੀਆਂ ਦੋ ਰਾਜਧਾਨੀਆਂ ਸੀਗੀਆਂ ਜੀ। ਵਰਧਨਾਂ ਦੀਆਂ ਦੋ ਰਾਜਧਾਨੀਆਂ ਸੀ। ਇੱਕ ਤਾਂ ਰਾਜਧਾਨੀ ਸੀ ਇਹਨਾਂ ਦੀ ਥਾਨੇਸ਼ਵਰ, ਅਤੇ ਇੱਕ ਰਾਜਧਾਨੀ ਸੀ ਜੀ ਫਿਰ ਕਨੌਜ, ਜਿਹੜੀ ਕਿ 606 ਈਸਵੀ ਦੇ ਵਿੱਚ ਬਣੀ ਹੈ ਜੀ ਕਨੌਜ। ਉਹਦੇ ਪਿੱਛੇ ਵੀ ਇੱਕ ਕਾਰਨ ਸੀ। ਤਾਂ ਸਭ ਤੋਂ ਪਹਿਲਾਂ ਜਿਹੜੀ ਵਰਧਨ ਰਾਜ ਦੀ ਰਾਜਧਾਨੀ ਸੀਗੀ ਜੀ ਉਹ ਥਾਨੇਸ਼ਵਰ ਸੀ। ਥਾਨੇਸ਼ਵਰ ਕਿੱਥੇ ਆ ਬਈ? ਆ ਰਿਹਾ ਥਾਨੇਸ਼ਵਰ, ਠੀਕ ਹੈ ਜੀ। ਥਾਨੇਸ਼ਵਰ ਰਾਜਧਾਨੀ ਸੀ। ਅਤੇ ਦੂਸਰੀ ਰਾਜਧਾਨੀ ਇਹਨਾਂ ਦੀ ਸੀਗੀ ਜੀ ਕਨੌਜ। ਕਿਉਂਕਿ ਕਨੌਜ ਹਰਸ਼ਵਰਧਨ ਦੀ ਸਿਸਟਰ ਸੀ, ਰਾਜਸ਼ਰੀ ਵਿਆਹੀ ਹੋਈ ਸੀ। ਗ੍ਰਹਿ ਵਰਮਨ ਉੱਥੋਂ ਦਾ ਰਾਜਾ ਸੀ ਜਿਸ ਨੂੰ ਵਿਆਹੀ ਸੀ। ਪਰ ਬੰਗਾਲ ਦਾ ਸ਼ਾਸਕ ਅਤੇ ਮਾਲਵਾ ਦਾ ਸ਼ਾਸਕ ਜਿਹੜਾ ਰਲ ਕੇ ਉਹ ਦੋਨੋਂ ਕਨੌਜ 'ਤੇ ਹਮਲਾ ਕਰਦੇ ਨੇ ਅਤੇ ਉਹ ਗ੍ਰਹਿ ਵਰਮਨ ਨੂੰ ਮਾਰ ਦਿੰਦੇ ਨੇ ਅਤੇ ਰਾਜਸ਼ਰੀ ਨੂੰ ਕਹਿੰਦੇ ਨੇ ਵੀ ਅਗਵਾਹ ਕਰ ਲੈਂਦੇ ਨੇ। ਰਾਜਵਰਧਨ ਹਰਸ਼ਵਰਧਨ ਦਾ ਵੱਡਾ ਭਰਾ ਹਮਲਾ ਕਰਦਾ, ਮਾਲਵਾ ਸ਼ਾਸਕ ਨੂੰ ਉਹ ਕਤਲ ਕਰ ਦਿੰਦਾ। ਪਰ ਸ਼ਸ਼ਾਂਕ ਜਿਹੜਾ ਬੰਗਾਲ ਦਾ ਸ਼ਾਸਕ ਸੀ ਉਹਦੇ ਹੱਥੋਂ ਰਾਜਵਰਧਨ ਮਾਰਿਆ ਜਾਂਦਾ। ਤਾਂ ਅੱਗੇ ਗੱਦੀ 'ਤੇ ਬੈਠਦਾ ਫਿਰ ਹਰਸ਼ਵਰਧਨ ਇਸ ਚੀਜ਼ ਦਾ ਬਦਲਾ ਲੈਂਦਾ ਗਾ ਅਤੇ ਉਹ ਸ਼ਸ਼ਾਂਕ ਨੂੰ ਹਰਾ ਕੇ ਰਾਜਸ਼ਰੀ ਨੂੰ ਆਜ਼ਾਦ ਕਰਵਾਉਂਦਾ ਅਤੇ ਕਨੌਜ ਨੂੰ ਆਪਦੇ ਰਾਜ 'ਚ ਮਿਲਾ ਲੈਂਦਾ ਅਤੇ ਆਪਦੀ ਦੂਜੀ ਰਾਜਧਾਨੀ ਬਣਾ ਲੈਂਦਾ। ਤਾਂ ਜਦੋਂ ਅਸੀਂ ਰਾਜਵੰਸ਼ਾਂ ਦੀ ਗੱਲ ਕਰੀਏ ਤਾਂ ਰਾਜਵੰਸ਼ਾਂ ਦੇ ਵਿੱਚ ਇੰਪੋਰਟੈਂਟ ਕੀ ਆ ਜੀ ਕਿ 3 ਰਾਜਵੰਸ਼ ਜਿਹੜੇ ਬਹੁਤ ਇੰਪੋਰਟੈਂਟ ਹੋਏ ਨੇ। ਇੱਕ ਮੌਰੀਅਨਸ ਦੀ ਰਾਜਧਾਨੀ ਪਾਟਲੀਪੁੱਤਰ, ਫਿਰ ਉਸ ਤੋਂ ਬਾਅਦ ਗੁਪਤਾਸ ਦੀ ਰਾਜਧਾਨੀ ਵੀ ਪਾਟਲੀਪੁੱਤਰ। ਉਸ ਤੋਂ ਬਾਅਦ ਵਰਧਨ ਰਾਜ ਸੀਗਾ ਜਿਹੜਾ ਵਰਧਨ ਵੰਸ਼ ਸੀ, ਇਹਦਾ ਰਾਜਾ ਸੀ ਹਰਸ਼ਵਰਧਨ ਦੇ ਸਮੇਂ ਵਰਧਨਾਂ ਦੀ ਰਾਜਧਾਨੀ ਥਾਨੇਸ਼ਵਰ, ਪ੍ਰਮੁੱਖ ਰਾਜਧਾਨੀ ਥਾਨੇਸ਼ਵਰ ਸੀਗੀ ਅਤੇ ਦੂਸਰੀ ਰਾਜਧਾਨੀ ਕਨੌਜ ਸੀਗੀ,
ठीक है जी, गल क्लीयर है जी। अगे चलते हैं। अगे है जी फिर की हुंदा कि वर्धना तो बाद इत्थे हमले हुंदे ने, बाहरी हमले। सब तो पहला तो मुहम्मद बिन कासिम का हमला हुंदा जिहड़ा कि 712 ईस्वी दे विच हुंदा सिंध ते वो हमला करदा। सिंध दा शासक दाहिर सी, है ना। उस तो बाद वो सिंध के कुछ इलाकों ते कब्जा करदा ते उत्थे पक्के तौर ते बैठ जांदा। फिर उस तो बाद अरबी मुस्लिम हमलावरां लई इत्थों दे रस्ते खुलदे ने। तां फिर महमूद गजनबी आउंदा, 17 हमले करदा वो 1000 तो लैके 1027 तक। 17 हमले हुंदे ने ਉਹਦੇ ਉਹ, पर ਉਹਨੇ ਇੱਥੇ ਆਪਦਾ ਰਾਜ ਐਸਟੈਬਲਿਸ਼ ਨਹੀਂ ਕੀਤਾ, ਲੁੱਟ ਕੁੱਟ ਕੀਤੀ। ਉਸ ਤੋਂ ਬਾਅਦ ਜਿਹੜਾ ਹੈਗਾ ਵਾਪਸ ਗਿਆ, ਇਸਲਾਮ ਦੇ ਪ੍ਰਚਾਰ ਲਈ ਆਇਆ ਸੀ। ਉਸ ਤੋਂ ਬਾਅਦ ਮੁਹੰਮਦ ਗੌਰੀ ਵੀ ਇੱਥੇ ਹਮਲੇ ਕਰਦਾ ਗਾ। ਮੁਹੰਮਦ ਗੌਰੀ ਦੇ ਜਿਹੜੇ ਹਮਲੇ ਸੀ, ਮੁਹੰਮਦ ਗੌਰੀ ਦੀ ਹਮਲਿਆਂ ਦੀ ਸਭ ਤੋਂ ਇੰਪੋਰਟੈਂਟ ਗੱਲ ਕੀ ਆ ਕਿ ਮੁਹੰਮਦ ਗੌਰੀਆਂ ਦੇ ਹਮਲੇ ਤੋਂ ਬਾਅਦ ਇੱਥੇ ਇੱਕ ਰਾਜ, ਇੱਕ ਵੰਸ਼ ਸਟੈਬਲਿਸ਼ ਹੋ ਜਾਂਦਾ ਜਿਹਨੂੰ ਸਲੇਵ ਡਾਇਨੈਸਟੀ ਬੋਲਦੇ ਹਾਂ ਅਸੀਂ, ਮਤਲਬ ਕਿ ਦਾਸ ਵੰਸ਼। ठीक है जी, दास वंश ਜਦੋਂ ਮੁਹੰਮਦ ਗੌਰੀ ਇੱਥੇ ਹਮਲਾ ਕਰਕੇ ਇੱਥੇ ਆਪਦਾ ਰਾਜ ਸਥਾਪਿਤ ਕਰਦਾ ਤਾਂ ਆਪਦੇ ਰਾਜ ਨੂੰ ਉਹ ਕੁਛ ਕੁ ਆਪਦੇ ਸੈਨਾਪਤੀਆਂ ਦੇ ਵਿੱਚ ਜਿਹੜਾ ਹੈਗਾ ਉਹ ਵੰਡ ਕੇ ਚੱਲ ਜਾਂਦਾ ਕਿ ਤੁਸੀਂ ਮੇਰੀ ਅਧੀਨਤਾ ਦੇ ਅਧੀਨ ਇੱਥੇ ਰਾਜ ਕਰੋ। ਉਹਨਾਂ ਚੋਂ ਇੱਕ ਸੈਨਾਪਤੀ ਜਾਂ ਉਹਦਾ ਦਾਸ ਸੀਗਾ ਕੁਤਬ ਉਦੀਨ ਐਬਕ, जिस नूं मन्निया जांदा कि दास वंश का पहला शासक सीगा। 1206 दे विच गद्दी ते बैठदा ते 10 तक गद्दी ते रहा है कुतब उदीन ऐबक। कुतब उदीन ऐबक दे समय राजधानी किहड़ी सी जी? कुतब उदीन ऐबक ने आपदी राजधानी किहड़ी बनाई? लाहौर नूं आपदा राजधानी बनाया जी। कुतब उदीन ऐबक ने लाहौर नूं आपदी राजधानी बनाया जी, कुतब उदीन ऐबक ने। ठीक है जी, ਤਾਂ ਲਾਹੌਰ ਕੁਤਬਦੀਨ ਐਬਕ ਦੀ ਰਾਜਧਾਨੀ ਸੀ। ਇਸ ਤੋਂ ਬਾਅਦ ਗੱਦੀ ਤੇ ਬੈਠਦਾ ਇਸ ਵੰਸ਼ ਦਾ ਅਸਲੀ ਸੰਸਥਾਪਕ ਇਲਤੁਤਮਿਸ਼। ਇਲਤੁਤਮਿਸ਼ ਇਸ ਤੋਂ ਬਾਅਦ ਗੱਦੀ ਤੇ ਬੈਠਦਾ ਜੀ, ਜਿਹੜਾ ਇਸ ਵੰਸ਼ ਦਾ ਅਸਲੀ ਸੰਸਥਾਪਕ ਸੀਗਾ ਜੀ। ਠੀਕ ਹੈ ਜੀ, ਤਾਂ 1211 ਦੇ ਵਿੱਚ ਇਲਤੁਤਮਿਸ਼ ਰਾਜਧਾਨੀ ਕਿਹਨੂੰ ਬਣਾਉਂਦਾ ਜੀ? ਦਿੱਲੀ ਨੂੰ ਰਾਜਧਾਨੀ ਬਣਾਉਂਦਾ ਜੀ। ਇਹ ਬਹੁਤ ਇੰਪੋਰਟੈਂਟ ਆ कि दिल्ली नूं दास वंश दे विच किसने राजधानी बनाया? तो वो इलतुतमिश ने राजधानी बनाया सीगा जी। तो दिल्ली नूं राजधानी बनाउंदा जी इलतुतमिश। दास वंश की शुरुआती दौर दे विच राजधानी लाहौर सी सिर्फ कुतुबुद्दीन ऐबक दे समय। ठीक है जी, कुतुबुद्दीन ऐबक तो बाद इलतुतमिश जदों गद्दी ते बैठदा ते 1211 दे विच इलतुतमिश किहनूं राजधानी बनाउंदा? दिल्ली नूं आपदी राजधानी बनाउंदा जी। ठीक है जी, चलो जी अगे चलते हैं जी। फिर आउंदा जी तुगलक वंश। तुगलक वंश दे विच फिर हिल-जुल हुंदी हैगी राजधानी दे विच। तां तुगलक वंश दे विच जदों असीं गल करदे हां, एक इन्हां दा शासक सीगा जी, तुसीं जाणदे हो सारे, मुहम्मद बिन तुगलक। मुहम्मद बिन तुगलक, मुहम्मद बिन तुगलक, तुगलक वेले राजधानी तां किहड़ी सीगी? तुसीं जाणदे हो कि राजधानी तां फिलहाल लई तां दिल्ली ही सी राजधानी। पर मुहम्मद बिन तुगलक के दिमाग च एक आइडिया आया कि मैं राजधानी दिल्ली की जगह ते किहनूं बनाऊंगा? दौलताबाद, जिन्हों देवगिरी भी कहा जाता। ठीक है जी, तो कारण सी मंगोलों के हमले, है ना, कि जिहड़ी मेरी राजधानी वो सेंट्रल पार्ट च हो, दिल्ली थोड़ी अनसेफ आ कि मंगोल इत्थे हमले ना कर देन, जां इस तरह दीआं कई होर कारण सीगे। तां कुछ उहनूं पढ़िया लिखिया मूर्ख भी कहा जाता, तुसीं जाणदे हो। तां मुहम्मद बिन तुगलक के समय इन्हें राजधानी आपकी शिफ्ट की दिल्ली तो। राजधानी नूं कित्थे लै गया? ये दौलताबाद लै गया जी। दौलताबाद, दिल्ली तो दौलताबाद यह राजधानी लै जांदा। किन्ने सन च लैके जांदा जी? यह 1327 दे विच। देवगिरी भी कहा जाता जी दौलताबाद नूं। ਤਾਂ ਦਿੱਲੀ ਤੋਂ ਦੌਲਤਾਬਾਦ ਰਾਜਧਾਨੀ ਸ਼ਿਫਟ ਹੋ ਜਾਂਦੀ ਹੈ ਜੀ। ਉਸ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਪੜ੍ਹਿਆ ਲਿਖਿਆ ਮੂਰਖ ਦਾ ਟਾਈਟਲ ਦਿੱਤਾ ਜਾਂਦਾ ਇਸ ਰਾਜੇ ਨੂੰ, ਮੁਹੰਮਦ ਬਿਨ ਤੁਗਲਕ ਨੂੰ। ਤਾਂ ਦੁਬਾਰਾ ਫਿਰ ਦੌਲਤਾਬਾਦ ਤੋਂ ਦਿੱਲੀ ਨੂੰ ਕੈਪੀਟਲ ਬਣਾ ਦਿੰਦਾ ਹੈ। ਸਭ ਤੋਂ ਪਹਿਲਾਂ ਦਿੱਲੀ ਤੋਂ ਦੌਲਤਾਬਾਦ ਪੂਰੀ ਦੀ ਪੂਰੀ ਪਾਪੂਲੇਸ਼ਨ ਨੂੰ ਲੈ ਕੇ ਜਾਂਦਾ। ਬਹੁਤ ਸਾਰੇ ਲੋਕ ਆ ਜਿਹੜੇ ਉਹ ਮੌਤ ਦੇ ਘਾਟ ਉਤਰ ਜਾਂਦੇ ਨੇ, ਬੜਾ ਸਾਰਾ ਘਾਟਾ ਪੈਂਦਾ, ਬੜੀਆਂ ਸਾਰੀਆਂ ਜਿਹੜੀਆਂ ਮਿਸਹੈਪਨਿੰਗਸ ਹੁੰਦੀਆਂ।
ਜਿਵੇਂ ਹੀ ਦੇਵਗਿਰੀ ਜਾਂਦਾ ਤਾਂ ਹੁੰਦਾ ਕੀ ਆ ਕਿ ਦਿੱਲੀ ਵਾਲੇ ਇਸ ਪੂਰੇ ਇਲਾਕੇ ਦੇ ਵਿੱਚ ਵਿਦਰੋਹ ਖੜੇ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਦੁਬਾਰਾ ਫਿਰ ਦੌਲਤਾਬਾਦ ਤੋਂ ਦਿੱਲੀ ਰਾਜਧਾਨੀ ਆਪਦੀ ਸ਼ਿਫਟ ਕਰ ਦਿੰਦਾ ਮੁਹੰਮਦ ਬਿਨ ਤੁਗਲਕ। ਤਾਂ ਇੱਥੇ ਸਾਡੀ ਨੈਸ਼ਨਲ ਕੈਪੀਟਲ ਦੇ ਵਿੱਚ ਜਦੋਂ ਤੁਗਲਕ ਵੰਸ਼ ਦਾ ਇੱਥੇ ਰਾਜ ਸੀ ਤਾਂ ਉਦੋਂ ਰਾਜਧਾਨੀ ਨੂੰ ਲੈ ਕੇ ਇਹ ਚੇਂਜ ਆਉਂਦੇ ਨੇ ਜੀ। ਅੱਗੇ ਚੱਲਦੇ ਹਾਂ ਜੀ। ਅੱਗੇ ਆਉਂਦਾ ਜੀ ਜਿਹੜਾ ਇਸ ਸਮੇਂ ਦਾ ਸਭ ਤੋਂ ਇੰਪੋਰਟੈਂਟ ਰਾਜ ਸੀ ਜੀ ਮੁਗਲ ਕਾਲ। ਮੁਗਲ ਕਾਲ ਦੇ ਵਿੱਚ ਜਿਹੜੀ ਰਾਜਧਾਨੀਆਂ ਨੇ ਉਹ ਬੇਸਿਕਲੀ ਜੇ ਤੁਸੀਂ ਦੇਖੋਗੇ ਤਾਂ ਇੱਕ ਤਾਂ ਦਿੱਲੀ, ਇੱਕ ਫਤਿਹਪੁਰ ਸਿਕਰੀ, ਆਗਰਾ, ਇਹ ਤਿੰਨ ਜਗ੍ਹਾਵਾਂ ਜਿਹੜੀਆਂ ਵੱਖ-ਵੱਖ ਸਮੇਂ ਤੇ ਤਿੰਨ ਜਿਹੜੇ ਇੰਪੋਰਟੈਂਟ ਸ਼ਹਿਰ ਨੇ ਉਹ ਰਾਜਧਾਨੀਆਂ ਰੂਪ ਲੈਂਦੇ ਨੇ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਆਗਰਾ ਦੀ, ਆਗਰਾ ਦੀ ਸ਼ੁਰੂਆਤ ਹੁੰਦੀ ਹੈ ਜਿਹੜੀ ਉਹ ਸਿਕੰਦਰ ਲੋਧੀ ਤੋਂ ਹੁੰਦੀ ਹੈ ਜੀ। ਸਿਕੰਦਰ ਲੋਧੀ ਨੇ ਹੀ ਆਗਰਾ ਸ਼ਹਿਰ ਵਸਾਇਆ ਸੀਗਾ। ਸਿਕੰਦਰ ਲੋਧੀ ਨੇ ਆਗਰਾ ਸ਼ਹਿਰ ਵਸਾਇਆ ਤੇ ਸਭ ਤੋਂ ਪਹਿਲਾਂ ਬਾਬਰ ਨੇ ਆਗਰਾ ਨੂੰ ਆਪਦੀ ਰਾਜਧਾਨੀ ਬਣਾਇਆ। ਬਾਬਰ ਤੁਸੀਂ ਜਾਣਦੇ ਹੋ ਜਿਹੜਾ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਜਿੱਤ ਕੇ ਹਿੰਦੁਸਤਾਨ ਤੇ ਕਬਜ਼ਾ ਕਰਦਾ। ਇਸ ਲੜਾਈ ਦੇ ਵਿੱਚ ਉਹ ਹਰਾਉਂਦਾ ਕਿਹਨੂੰ ਆ? ਇਬਰਾਹਿਮ ਲੋਧੀ ਨੂੰ ਹਰਾਉਂਦਾ। ਤਾਂ ਜਿਵੇਂ ਹੀ ਬਾਬਰ ਇਬਰਾਹਿਮ ਲੋਧੀ ਨੂੰ ਹਰਾ ਕੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਹਿੰਦੁਸਤਾਨ ਤੇ ਕਬਜ਼ਾ ਕਰਦਾ ਤਾਂ ਉਹ ਆਗਰਾ ਪਹੁੰਚਦਾ ਤੇ ਆਗਰਾ ਨੂੰ ਆਪਦੀ ਰਾਜਧਾਨੀ ਬਣਾਉਂਦਾ। ਠੀਕ ਹੈ ਜੀ। ਇਸ ਤੋਂ ਬਾਅਦ ਅਕਬਰ ਦੇ ਸਮੇਂ ਪ੍ਰਮੁੱਖ ਰਾਜਧਾਨੀ ਤਾਂ ਆਗਰਾ ਹੀ ਸੀ, ਪਰ ਅਕਬਰ ਨੇ ਇੱਕ ਸ਼ਹਿਰ ਵਸਾਇਆ ਸੀ ਫਤਿਹਪੁਰ ਸਿਕਰੀ। ਆਪਦੇ ਪੁੱਤਰ ਦੇ ਜਨਮ ਦੀ ਯਾਦ ਦੇ ਵਿੱਚ ਅਕਬਰ ਨੇ ਫਤਿਹਪੁਰ ਸਿਕਰੀ ਸ਼ਹਿਰ ਵਸਾਇਆ 1500 ਫਤਿਹਪੁਰ ਸਿਕਰੀ 1569 ਦੇ ਵਿੱਚ। ਤਾਂ ਆਪਦੀ ਦੂਜੀ ਰਾਜਧਾਨੀ ਅਕਬਰ ਫਤਿਹਪੁਰ ਸਿਕਰੀ ਨੂੰ ਬਣਾਉਂਦਾ ਜੀ, ਦੂਜੀ ਰਾਜਧਾਨੀ। ਹਾਲਾਂਕਿ ਕਹਿੰਦੇ ਆ ਵੀ ਫਤਿਹਪੁਰ ਸਿਕਰੀ ਨੂੰ ਅਕਬਰ ਨੇ ਆਪਦੀ ਪ੍ਰਮੁੱਖ ਰਾਜਧਾਨੀ ਬਣਾਉਣ ਦਾ ਫੈਸਲਾ ਕਰ ਲਿਆ ਸੀ, ਪਰ ਫਤਿਹਪੁਰ ਸਿਕਰੀ ਦੇ ਵਿੱਚ ਪਾਣੀ ਦੀ ਕਮੀ ਦੇ ਕਾਰਨ ਕਹਿੰਦੇ ਫਿਰ ਉਹਨਾਂ ਨੇ ਸਿਰਫ ਇਹਨੂੰ ਦੂਸਰੀ ਰਾਜਧਾਨੀ ਦਾ ਹੀ ਦਰਜਾ ਦਿੱਤਾ। ਤਾਂ ਪ੍ਰਮੁੱਖ ਰਾਜਧਾਨੀ ਆਗਰਾ ਹੀ ਰਹੀ। ਅੱਗੇ ਚੱਲ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਮੁਗਲਾਂ ਦੀ ਰਾਜਧਾਨੀ ਬਦਲਦੀ ਕਿੱਥੇ ਆ? ਉਹ ਬਦਲਦੀ ਆ ਸ਼ਾਹਜਹਾਂ ਦੇ ਸਮੇਂ। ਸ਼ਾਹਜਹਾਂ ਨੇ ਦਿੱਲੀ ਦੇ ਵਿੱਚ ਹੀ ਆਪਦੇ ਨਾਮ ਤੇ ਇੱਕ ਨਗਰ ਵਸਾਇਆ ਜਿਹਨੂੰ ਸ਼ਾਹਜਹਾਂਬਾਦ ਕਿਹਾ ਜਾਂਦਾ। ਜਿੱਥੇ ਅਸੀਂ ਅੱਜ ਲਾਲ ਕਿਲ੍ਹਾ ਦੇਖਦੇ ਹਾਂ ਸ਼ਾਹਜਹਾਂਬਾਦ ਆ। ਤਾਂ ਸ਼ਾਹਜਹਾਂ ਨੇ ਦਿੱਲੀ ਨੂੰ ਆਪਦੀ ਰਾਜਧਾਨੀ ਬਣਾਇਆ। ਦਿੱਲੀ ਦੇ ਵਿੱਚ ਇੱਕ ਸ਼ਹਿਰ ਵਸਾਇਆ ਸ਼ਾਹਜਹਾਂਬਾਦ। ਠੀਕ ਹੈ ਜੀ। ਸ਼ਾਹਜਹਾਂਬਾਦ ਉਹੀ ਇਲਾਕਾ ਜਿੱਥੇ ਲਾਲ ਕਿਲ੍ਹਾ ਬਣਿਆ ਹੋਇਆ, ਜਾਮਾ ਮਸਜਿਦ ਬਣੀ ਹੋਈ ਆ, ਉਹ ਇਲਾਕਾ, ਉਹ ਬਾਉਂਡਰੀ ਵਾਲ ਕੀਤੀ ਹੋਈ ਪੂਰੀ, ਉਹਨੂੰ ਆਪਦੀ ਰਾਜਧਾਨੀ ਬਣਾਇਆ। ਤਾਂ ਆਗਰੇ ਤੋਂ ਸ਼ਿਫਟ ਕਰਕੇ ਰਾਜਧਾਨੀ ਦਿੱਲੀ ਹੋ ਗਈ ਜੀ। ਫਿਰ ਕਿਹਦੇ ਸਮੇਂ ਹੋਈ? ਸ਼ਾਹਜਹਾਂਬਾਦ ਦੇ ਸਮੇਂ ਹੋਈ। 1638 ਦੇ ਵਿੱਚ ਇਹ ਸ਼ਹਿਰ ਨੂੰ ਵਸਾਇਆ ਗਿਆ ਜੀ, 1638 ਦੇ ਵਿੱਚ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਮੁਗਲਾਂ ਦੀ ਰਾਜਧਾਨੀ ਪਹਿਲਾਂ ਆਗਰਾ ਤੋਂ ਅਕਬਰ ਦੇ ਸਮੇਂ ਫਤਿਹਪੁਰ ਸਿਕਰੀ ਕੁਝ ਸਮੇਂ ਲਈ ਦੂਜੀ ਰਾਜਧਾਨੀ ਰਿਹਾ ਤੇ ਉਸ ਤੋਂ ਬਾਅਦ ਦਿੱਲੀ ਸ਼ਾਹਜਹਾਂ ਦੇ ਸਮੇਂ ਦਿੱਲੀ ਰਾਜਧਾਨੀ ਬਣੀ। ਠੀਕ ਹੈ ਜੀ। ਤਾਂ ਉਹ ਜਿਵੇਂ ਹੀ ਸ਼ਾਹਜਹਾਂ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਔਰੰਗਜ਼ੇਬ ਗੱਦੀ ਤੇ ਬੈਠਦਾ। ਔਰੰਗਜ਼ੇਬ ਇੱਕ ਇੰਪੋਰਟੈਂਟ ਵੱਡਾ ਸ਼ਾਸਕ ਸੀਗਾ। ਔਰੰਗਜ਼ੇਬ ਤੋਂ ਬਾਅਦ ਹੌਲੀ ਹੌਲੀ ਮੁਗਲ ਰਾਜ ਜਿਹੜਾ ਹੈਗਾ ਉਹ ਗਿਰਾਵਟ ਵੱਲ ਨੂੰ ਜਾਂਦਾ ਤੇ ਫਿਰ ਇੱਥੇ ਕੀ ਆਉਂਦਾ? ਬ੍ਰਿਟਿਸ਼ ਰਾਜ ਆਉਂਦਾ ਜੀ, ਹੈ ਨਾ, ਬ੍ਰਿਟਿਸ਼ ਇਰਾ। ਹੁਣ ਤੁਸੀਂ ਜਾਣਦੇ ਹੋ ਕਿ ਬ੍ਰਿਟਿਸ਼ ਇਰਾ ਜੋ ਅੰਗਰੇਜ਼ੀ ਰਾਜ, ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਆ? ਬੰਗਾਲ ਤੋਂ ਹੁੰਦੀ ਆ ਜੀ। ਤੇ ਬੰਗਾਲ ਦੇ ਵਿੱਚ ਪ੍ਰਮੁੱਖ ਜਿਹੜੀ ਰਾਜਧਾਨੀ ਸੀ ਪੁਰਾਤਨ ਸਮੇਂ ਤੋਂ ਹੀ ਕਲਕੱਤਾ ਸੀ। ਹਾਲਾਂਕਿ ਮੁਰਸ਼ਿਦ ਕੁਲੀ ਖਾਨ ਹੈ ਜੋ ਨਵਾਬ ਸੀ ਬੰਗਾਲ ਦਾ, ਉਹਨੇ ਆਪਦੀ ਰਾਜਧਾਨੀ ਬਦਲ ਸੀ, ਮੁਰਸ਼ਿਦਾਬਾਦ ਨੂੰ ਆਪਦੀ ਰਾਜਧਾਨੀ ਬਣਾਇਆ ਸੀ, ਹੈ ਨਾ। ਪਰ ਫਿਰ ਵੀ ਇਹ ਜਦੋਂ ਅੰਗਰੇਜ਼ਾਂ ਦਾ ਰਾਜ, ਅੰਗਰੇਜ਼ ਪਲਾਸੀ ਤੇ ਬਕਸਰ ਦੀ ਲੜਾਈ ਨੂੰ ਜਿੱਤਦੇ ਨੇ, ਇਹਨਾਂ ਜਿੱਤਾਂ ਤੋਂ ਬਾਅਦ ਅੰਗਰੇਜ਼ ਆਪਦੀ ਰਾਜਧਾਨੀ ਕਿਹਨੂੰ ਬਣਾਉਂਦੇ ਨੇ?
ਕਲਕੱਤਾ ਨੂੰ ਆਪਦੀ ਰਾਜਧਾਨੀ ਬੁਲਾਉਂਦੇ ਨੇ ਜੀ। ਕਲਕੱਤਾ ਕਿੱਥੇ ਹੈ ਜੀ? ਆ ਰਿਹਾ ਜੀ, ਕਲਕੱਤਾ ਨੂੰ ਆਪਦੀ ਰਾਜਧਾਨੀ ਬਣਾਉਂਦੇ ਨੇ ਤੇ ਇੱਥੋਂ ਹੀ ਜਿਹੜੀਆਂ ਆਪਦੇ ਦੇਸ਼ ਦੇ ਵਿੱਚ ਪੂਰੀਆਂ ਗਤੀਵਿਧੀਆਂ ਨੂੰ ਹੈਂਡਲ ਕਰਦੇ ਆ। ਹੌਲੀ ਹੌਲੀ ਉਹਨਾਂ ਦਾ ਰਾਜ ਇੱਥੋਂ ਵੱਧਦਾ ਜਾਂਦਾ। ਕਲਕੱਤਾ, ਬੰਗਾਲ, ਬਿਹਾਰ, ਉੜੀਸਾ, ਫਿਰ ਉਹ ਜਿਹੜੀਆਂ ਵਿਚਕਾਰਲੀਆਂ ਰਿਆਸਤਾਂ ਨੇ 1857 ਤੋਂ ਪਹਿਲਾਂ ਉਹਨਾਂ ਨੂੰ ਜਿੱਤਦੇ ਜਾਂਦੇ ਨੇ ਹੌਲੀ ਹੌਲੀ। ਫਿਰ ਇੱਕ ਵਿਦਰੋਹ ਵੀ ਹੁੰਦਾ ਹੈ ਨਾ। ਵਿਦਰੋਹ ਤੋਂ ਬਾਅਦ ਵੀ ਅੰਗਰੇਜ਼ ਆਪਦੀ ਰਾਜਧਾਨੀ ਨਹੀਂ ਬਦਲਦੇ, ਉਹ ਆਪਦੀ ਰਾਜਧਾਨੀ ਕਲਕੱਤਾ ਨੂੰ ਹੀ ਰੱਖਦੇ ਨੇ। ਐਸ ਏਰੀ ਨੂੰ ਉਹ ਕਲਕੱਤੇ ਤੋਂ ਹੀ ਹੈਂਡਲ ਕਰਦੇ ਨੇ। ਪਰ ਫਿਰ ਸਭ ਤੋਂ ਇੰਪੋਰਟੈਂਟ, ਜਦੋਂ ਅੰਗਰੇਜ਼ ਆਪਦੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਸ਼ਿਫਟ ਕਰਦੇ ਨੇ ਜੀ, ਦਿੱਲੀ, ਤਾਂ ਜਦੋਂ ਦਿੱਲੀ ਰਾਜਧਾਨੀ ਬਣਦੀ ਹੈ, ਦਿੱਲੀ ਰਾਜਧਾਨੀ ਕਦੋਂ ਬਣਦੀ ਹੈ ਜੀ? 12 ਦਸੰਬਰ 1911 ਨੂੰ ਦਿੱਲੀ ਦਰਬਾਰ ਲੱਗਦਾ ਜੀ। 12 ਦਸੰਬਰ 1911 ਨੂੰ ਦਿੱਲੀ ਦਰਬਾਰ ਲੱਗਦਾ ਜੀ। ਠੀਕ ਹੈ ਜੀ। ਇਸ ਦਿੱਲੀ ਦਰਬਾਰ ਦੇ ਵਿੱਚ ਜਾਰਜ ਪੰਜਵਾਂ, ਜਾਰਜ ਪੰਚਮ ਵੀ ਬੋਲ ਦਿੰਦੇ ਆ, ਜਾਰਜ ਪੰਜਵਾਂ ਜਿਹੜਾ ਰਾਜਸ਼ਾਹੀ ਘਰਾਣੇ ਨਾਲ ਸੰਬੰਧਿਤ ਸੀ ਇੰਗਲੈਂਡ ਦੇ ਨਾਲ, ਉਹ ਇੱਥੇ ਮੁੱਖ ਮਹਿਮਾਨ ਬਣ ਕੇ ਆਉਂਦਾ। ਦਿੱਲੀ ਦੇ ਵਿੱਚ ਇੱਕ ਦਰਬਾਰ ਲਗਾਇਆ ਜਾਂਦਾ। ਦਿੱਲੀ ਦਾ ਜਿਹੜਾ ਵਾਇਸਰਾਏ ਸੀ ਉਹ ਜੋ ਲਾਰਡ ਡਲਹੌਜ਼ੀ ਸੀ ਜੀ। ਸੌਰੀ, ਲਾਰਡ ਹਾਰਡਿੰਗ, ਡਲਹੌਜ਼ੀ ਨਹੀਂ, ਸੌਰੀ, ਲਾਰਡ ਹਾਰਡਿੰਗ ਸੀ। ਲਾਰਡ ਹਾਰਡਿੰਗ ਜੋ ਵਾਇਸਰਾਏ ਸੀ ਉਸ ਸਮੇਂ ਇੰਡੀਆ ਦਾ। ਤਾਂ 12 ਦਸੰਬਰ 1911 ਨੂੰ ਦਿੱਲੀ ਦਰਬਾਰ ਲੱਗਦਾ, ਜਿਹਦਾ ਮੁੱਖ ਮਹਿਮਾਨ ਜਾਰਜ ਪੰਚਮ ਸੀ ਤੇ ਵਾਇਸਰਾਏ ਲਾਰਡ ਹਾਰਡਿੰਗ ਸੀਗਾ ਇੰਡੀਆ ਦਾ। ਤਾਂ ਉਦੋਂ ਫੈਸਲਾ ਅੰਗਰੇਜ਼ ਕੀ ਲੈਂਦੇ ਨੇ ਕਿ ਜਿਹੜੀ ਕੈਪੀਟਲ ਆ ਉਹ ਕਲਕੱਤੇ ਤੋਂ ਸ਼ਿਫਟ ਕਰਕੇ ਦਿੱਲੀ ਨੂੰ ਬਣਾਇਆ ਜਾਊਗਾ ਜੀ। ਤਾਂ ਦਿੱਲੀ ਨੂੰ ਇੰਡੀਆ ਦੀ ਰਾਜਧਾਨੀ ਬਣਾ ਦਿੱਤਾ ਜਾਂਦਾ ਜੀ। ਠੀਕ ਹੈ ਜੀ। ਇਸੇ ਦਰਮਿਆਨ ਜੇ ਅਸੀਂ ਅੰਗਰੇਜ਼ਾਂ ਦੀਆਂ ਰਾਜਧਾਨੀਆਂ ਦੀ ਗੱਲ ਕਰੀਏ, ਭਾਵੇਂ ਕਿ ਉਹਨਾਂ ਦੀ ਸ਼ੁਰੂਆਤੀ ਰਾਜਧਾਨੀ ਤਾਂ 1911 ਤੱਕ ਤਾਂ ਕਲਕੱਤਾ ਹੀ ਰਹੀ ਆ, ਫਿਰ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਨੂੰ ਆਪਦੀ ਰਾਜਧਾਨੀ ਬਣਾਇਆ। ਇਸ ਹੀ ਸਮੇਂ ਦੇ ਦਰਮਿਆਨ ਵੀ ਉਹਨਾਂ ਨੇ ਸ਼ਿਮਲੇ ਨੂੰ ਵੀ ਆਪਦੀ ਰਾਜਧਾਨੀ ਬਣਾਇਆ। ਸ਼ਿਮਲਾ ਵੀ ਕੁਝ ਸਮੇਂ ਤੱਕ ਰਾਜਧਾਨੀ ਰਿਹਾ, ਪਰ ਉਹ ਪਰਮਾਨੈਂਟ ਰਾਜਧਾਨੀ ਨਹੀਂ ਸੀ। ਸ਼ਿਮਲੇ ਨੂੰ ਕੀ ਕਿਹਾ ਜਾਂਦਾ ਸੀ ਜੀ? ਸਮਰ ਕੈਪੀਟਲ ਕਿਹਾ ਜਾਂਦਾ ਸੀਗਾ ਜੀ। ਗਰਮੀਆਂ ਦੀ ਰੁੱਤ ਦੇ ਸਮੇਂ ਦੀ ਰਾਜਧਾਨੀ, ਸਮਰ ਕੈਪੀਟਲ। ਠੀਕ ਹੈ ਜੀ। 1864 ਦੇ ਵਿੱਚ ਸਰ ਜੌਨ ਲਾਰੈਂਸ ਨੇ ਇਸ ਨੂੰ ਇਹ ਖਿਤਾਬ ਦਿੱਤਾ ਸੀ। ਸਮਰ ਕੈਪੀਟਲ, ਸ਼ਿਮਲੇ ਨੂੰ ਸਮਰ ਕੈਪੀਟਲ 1864 ਦੇ ਵਿੱਚ ਸਰ ਜੌਨ ਲਾਰੈਂਸ ਨੇ ਜਿਹੜਾ ਹੈਗਾ ਇਹ ਨਾਮ ਦਿੱਤਾ। ਠੀਕ ਹੈ ਜੀ। ਤਾਂ ਬ੍ਰਿਟਿਸ਼ ਟਾਈਮ ਦੇ ਸਮੇਂ ਜੇ ਤੁਸੀਂ ਗੱਲ ਕਰੋਗੇ ਤਾਂ ਇੰਡੀਆ ਦੀਆਂ ਪ੍ਰਮੁੱਖ ਰੂਪ ਦੇ ਵਿੱਚ 3 ਰਾਜਧਾਨੀਆਂ ਰਹੀਆਂ ਨੇ। ਇੱਕ ਕਲਕੱਤਾ, ਜੋ ਪਲਾਸੀ ਬਕਸਰ ਲੜਾਈ ਤੋਂ ਬਾਅਦ ਉਹਨਾਂ ਨੇ ਤੇ ਕਾਫੀ ਲੰਮਾ ਸਮਾਂ ਇਸੇ ਜਗ੍ਹਾ ਨੂੰ ਆਪਦੀ ਰਾਜਧਾਨੀ ਰੱਖਿਆ। ਫਿਰ 1911 ਦੇ ਵਿੱਚ ਦਿੱਲੀ ਨੂੰ ਰਾਜਧਾਨੀ ਬਣਾਤਾ। ਇਸੇ ਸਮੇਂ ਦੇ ਦਰਮਿਆਨ ਸ਼ਿਮਲੇ ਨੂੰ ਵੀ ਉਹਨਾਂ ਨੇ ਇੱਕ ਟਾਈਟਲ ਦਿੱਤਾ ਸੀ, ਸਮਰ ਕੈਪੀਟਲ। ਠੀਕ ਹੈ ਜੀ। ਜਿਹੜਾ ਸਰ ਜੌਨ ਲਾਰੈਂਸ ਨੇ ਦਿੱਤਾ ਸੀ ਤੇ 1864 ਦੇ ਵਿੱਚ ਇਹ ਟਾਈਟਲ ਦਿੱਤਾ ਗਿਆ ਸੀਗਾ। ਤਾਂ ਇਸ ਤਰੀਕੇ ਨਾਲ ਸਾਡੀਆਂ ਕੈਪੀਟਲਸ ਬਦਲਦੀਆਂ ਰਹੀਆਂ ਨੇ ਵੱਖ-ਵੱਖ ਸਮੇਂ ਤੇ ਫਿਲਹਾਲ ਜੋ 1911 ਤੋਂ ਬਾਅਦ ਦਿੱਲੀ ਹੀ ਸਾਡੀ ਕੈਪੀਟਲ ਆ। ਜੇ ਅਸੀਂ ਪੂਰੇ ਇਸ ਲੈਕਚਰ ਨੂੰ ਆਪਾਂ ਦੁਬਾਰਾ ਤੋਂ ਰਿਵਾਈਜ਼ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਕੈਪੀਟਲ ਸਾਡੀਆਂ ਬਦਲੀਆਂ ਨੇ। ਤਾਂ ਸਾਡੀ ਪਹਿਲੀ ਸਿਵਲਾਈਜੇਸ਼ਨ ਜੋ ਕਿ ਹੜੱਪਾ ਸਿਵਲਾਈਜੇਸ਼ਨ ਸੀ, ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਉਸ ਦੇ ਵਿੱਚ ਸਾਡੀਆਂ ਜਿਹੜੀਆਂ ਕੈਪੀਟਲਸ ਅਕੋਰਡਿੰਗ ਟੂ ਸਟੂਅਰਟ ਪਿਗਟ ਨੇ ਜੋ ਸਾਨੂੰ ਦੱਸਿਆ ਕਿ ਨਾਰਥ ਇੰਡੀਆ ਦੀ ਜਿਹੜੀ ਕੈਪੀਟਲ ਜਾਂ ਨਾਰਥ ਇੰਡਸ ਵੈਲੀ ਦੀ ਕੈਪੀਟਲ ਸੀ ਉਹ ਹੜੱਪਾ ਸੀ ਤੇ ਸਾਊਥ ਦੀ ਮੋਹਨਜਦਾਰੋ ਸੀ। ਠੀਕ ਹੈ ਜੀ। ਨੈਕਸਟ ਅਸੀਂ ਗੱਲ ਕਰੀਏ, ਜਦੋਂ 16 ਮਹਾਜਨ ਪਦ ਸੀ ਤਾਂ ਉਹਨਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਉਹਨਾਂ ਮਹਾਜਨ ਪਦਾਂ ਦੇ ਵਿੱਚੋਂ ਇੱਕ ਮਹਾਜਨ ਪਦ ਸੀ ਉਹ ਸੀਗਾ ਮਗਧ। ਮਗਧ ਦੀ ਰਾਜਧਾਨੀ ਸਭ ਤੋਂ ਪਹਿਲਾਂ ਰਾਜਗ੍ਰਹਿ ਸੀ। ਰਾਜਗ੍ਰਹਿ ਤੋਂ ਬਾਅਦ ਜ਼ਿਆਦਾ ਸਮਾਂ ਪਾਟਲੀਪੁੱਤਰ ਰਹੀ। ਇਹੀ ਪਾਟਲੀਪੁੱਤਰ ਅੱਗੇ ਜਾ ਕੇ ਜਿਹੜਾ ਸਾਡਾ ਪਹਿਲਾ ਰਾਜਵੰਸ਼ ਆ ਮੌਰੀਅਨਸ ਦੀ ਰਾਜਧਾਨੀ ਬਣਿਆ ਜੀ ਪਾਟਲੀਪੁੱਤਰ। ਮੌਰੀਅਨਸ ਤੋਂ ਬਾਅਦ ਗੁਪਤਾਸ ਦੀ ਰਾਜਧਾਨੀ ਵੀ ਪਾਟਲੀਪੁੱਤਰ ਹੀ ਸੀ। ਠੀਕ ਹੈ ਜੀ। ਗੁਪਤਾਸ ਤੋਂ ਬਾਅਦ ਜਿਹੜਾ ਇੱਥੇ ਇੰਪੋਰਟੈਂਟ ਰਾਜ ਆਉਂਦਾ ਹਰਸ਼ਵਰਧਨਾ।
ਵਰਧਨ ਰਾਜ ਜਦੋਂ ਹਰਸ਼ਵਰਧਨ ਰਾਜਾ ਸੀ, ਵਰਧਨ ਰਾਜ ਦੇ ਸਮੇਂ ਇੱਥੋਂ ਦੀ ਪ੍ਰਮੁੱਖ ਰਾਜਧਾਨੀ ਤਾਂ ਸੀ ਥਾਨੇਸ਼ਵਰ। ਠੀਕ ਹੈ ਜੀ, ਹਰਿਆਣੇ ਵਾਲੇ ਇਲਾਕੇ ਦੇ ਵਿੱਚ ਇਹ ਰਾਜਧਾਨੀ ਆ, ਪਰੰਤੂ ਕਨੌਜ ਨੂੰ ਉਹਨਾਂ ਨੇ ਆਪਦੀ ਦੂਸਰੀ ਰਾਜਧਾਨੀ ਦਾ ਨਾਮ ਦਿੱਤਾ। ਤਾਂ ਕਨੌਜ ਤੇ ਥਾਨੇਸ਼ਵਰ 2 ਰਾਜਧਾਨੀਆਂ ਸੀ। ਫਿਰ ਉਸ ਤੋਂ ਬਾਅਦ ਇੱਥੇ ਦਾਸ ਵੰਸ਼ ਜਦੋਂ ਆਉਂਦਾ, ਦਾਸ ਵੰਸ਼ ਦੇ ਵਿੱਚ ਕੁਤਬਦੀਨ ਐਬਕ ਨੇ ਆਪਦੀ ਰਾਜਧਾਨੀ ਲਾਹੌਰ ਨੂੰ ਬਣਾਇਆ, ਪਰ ਉਹ ਜ਼ਿਆਦਾ ਸਮਾਂ ਰਾਜ ਨਹੀਂ ਕਰ ਸਕੇ। ਤਾਂ ਉਸ ਤੋਂ ਬਾਅਦ ਜਿਹੜਾ ਅਸਲੀ ਸੰਸਥਾਪਕ ਮੰਨਿਆ ਜਾਂਦਾ ਦਾਸ ਵੰਸ਼ ਦਾ, ਉਹ ਸੀ ਇਲਤੁਤਮਿਸ਼। ਤਾਂ ਇਲਤੁਤਮਿਸ਼ ਨੇ ਆਪਦੀ ਰਾਜਧਾਨੀ ਦਿੱਲੀ ਨੂੰ ਬਣਾਇਆ ਲਾਹੌਰ ਤੋਂ। ਠੀਕ ਹੈ ਜੀ, ਤਾਂ ਸਲੇਵ ਡਾਇਨੈਸਟੀ ਦੇ ਵਿੱਚ ਦਿੱਲੀ ਸਾਡੀ ਰਾਜਧਾਨੀ ਰਹੀ। ਇਸੇ ਸਮੇਂ ਦੇ ਦੌਰਾਨ ਤੁਗਲਕ ਵੰਸ਼ ਦੇ ਵਿੱਚ ਮੁਹੰਮਦ ਬਿਨ ਤੁਗਲਕ ਨੇ ਦਿੱਲੀ ਤੋਂ ਰਾਜਧਾਨੀ ਨੂੰ ਸ਼ਿਫਟ ਕਰਤਾ ਦੌਲਤਾਬਾਦ, ਦੇਵਗਿਰੀ। ਠੀਕ ਹੈ ਜੀ, ਫਿਰ ਦੌਲਤਾਬਾਦ ਤੋਂ ਦੁਬਾਰਾ ਫਿਰ ਦਿੱਲੀ ਸ਼ਿਫਟ ਕੀਤੀ ਰਾਜਧਾਨੀ। ਤਾਂ ਇੱਥੇ ਰਾਜਧਾਨੀ ਦੇ ਵਿੱਚ ਕੁਝ ਬਦਲਾਅ ਆਏ। ਮੁਗਲ ਏਰਾ ਦੇ ਵਿੱਚ ਜੇ ਅਸੀਂ ਰਾਜਧਾਨੀਆਂ ਦੀ ਗੱਲ ਕਰੀਏ ਤਾਂ ਪ੍ਰਮੁੱਖ ਰੂਪ ਦੇ ਵਿੱਚ ਆਗਰਾ, ਫਤਿਹਪੁਰ ਸਿਕਰੀ ਤੇ ਦਿੱਲੀ 3 ਸ਼ਹਿਰ ਰਾਜਧਾਨੀਆਂ ਦੇ ਰੂਪ 'ਚ ਰਹੇ। ਆਗਰਾ ਮੁਗਲਾਂ ਦੀ ਪ੍ਰਮੁੱਖ ਰਾਜਧਾਨੀ ਸੀ। ਅਕਬਰ ਨੇ ਫਤਿਹਪੁਰ ਸਿਕਰੀ ਸ਼ਹਿਰ ਵਸਾਇਆ 1569 ਦੇ ਵਿੱਚ। ਤਾਂ ਫਤਿਹਪੁਰ ਸਿਕਰੀ ਨੂੰ ਆਪਦੀ ਦੂਸਰੀ ਰਾਜਧਾਨੀ ਬਣਾਇਆ, ਪਰ ਕਈ ਸਾਰੇ ਕਾਰਨਾਂ ਕਰਕੇ ਆਗਰਾ ਫਿਰ ਰਾਜਧਾਨੀ ਸ਼ਿਫਟ ਕਰ ਦਿੱਤੀ ਗਈ। ਤੇ ਉਸ ਤੋਂ ਬਾਅਦ ਸ਼ਾਹਜਹਾਂ ਦੇ ਸਮੇਂ ਦਿੱਲੀ ਦੇ ਵਿੱਚ ਹੀ ਇੱਕ ਨਗਰ ਵਸਾਇਆ ਗਿਆ ਸ਼ਾਹਜਹਾਂਬਾਦ, ਜਿਸ ਨੂੰ ਪੂਰਾ ਦੀਵਾਰਾਂ ਦੇ ਨਾਲ ਕਵਰ ਕੀਤਾ ਗਿਆ, ਜਿਸ ਦੇ ਵਿੱਚ ਅੱਜ ਕੱਲ੍ਹ ਲਾਲ ਕਿਲ੍ਹਾ ਜਾਂ ਜਾਮਾ ਮਸਜਿਦ ਵਗੈਰਾ ਇਹ ਸਾਰੇ ਇਲਾਕੇ ਨੇ ਸ਼ਾਹਜਹਾਂਬਾਦ ਦੇ ਇਲਾਕੇ ਨੇ। ਤਾਂ ਦਿੱਲੀ ਨੂੰ ਰਾਜਧਾਨੀ ਬਣਾਇਆ ਗਿਆ। ਉਸ ਤੋਂ ਬਾਅਦ ਇੱਥੇ ਅੰਗਰੇਜ਼ਾਂ ਦਾ ਰਾਜ ਆਉਂਦਾ, ਤਾਂ ਅੰਗਰੇਜ਼ਾਂ ਨੇ ਆਪਦੇ ਰਾਜਵੰਸ਼ ਦੀ ਸ਼ੁਰੂਆਤ ਬੰਗਾਲ ਤੋਂ ਕੀਤੀ ਸੀ। ਤਾਂ ਬੰਗਾਲ ਦੇ ਵਿੱਚ ਮੁੱਢਲੇ ਰੂਪ 'ਚ ਜਿਹੜੀ ਉਹਨਾਂ ਨੇ ਆਪਦੀ ਰਾਜਧਾਨੀ ਬਣਾਈ, ਉਹ ਕਲਕੱਤਾ ਨੂੰ ਬਣਾਇਆ ਸੀ। ਕਲਕੱਤਾ ਤੋਂ ਬਾਅਦ ਉਹਨਾਂ ਨੇ ਇੱਕ ਸਮਰ ਕੈਪੀਟਲ ਜ਼ਰੂਰ ਬਣਾਈ, ਸ਼ਿਮਲਾ, ਜਿਹੜੀ ਕਿ ਅੱਗੇ ਚੱਲ ਕੇ ਪੰਜਾਬ ਪੈਪਸੂ ਦੀ ਵੀ ਕੈਪੀਟਲ ਰਹੀ ਆ। ਸ਼ਿਮਲਾ ਨੂੰ ਸਮਰ ਕੈਪੀਟਲ ਬਣਾਇਆ, ਜੌਨ ਲਾਰੈਂਸ ਨੇ ਬਣਾਇਆ ਸੀਗਾ 1864 ਦੇ ਵਿੱਚ। ਪਰੰਤੂ ਸਹੀ ਰੂਪ ਦੇ ਵਿੱਚ ਜਦੋਂ ਕਲਕੱਤਾ ਤੋਂ ਸ਼ਿਫਟ ਹੁੰਦੀ ਆ ਰਾਜਧਾਨੀ, ਤਾਂ ਉਹ ਦਿੱਲੀ ਹੁੰਦੀ ਆ। 1911 ਦੇ ਵਿੱਚ ਜਾਰਜ ਪੰਚਮ ਨੇ ਜਦੋਂ ਦਿੱਲੀ ਦਰਬਾਰ ਲਗਾਇਆ, ਦਿੱਲੀ ਦੇ ਵਿੱਚ ਲਾਰਡ ਹਾਰਡਿੰਗ ਉਦੋਂ ਵਾਇਸਰਾਏ ਸੀ, ਤਾਂ ਉਦੋਂ ਦਿੱਲੀ ਨੂੰ ਇੰਡੀਆ ਦੀ ਰਾਜਧਾਨੀ ਬਣਾ ਦਿੱਤਾ ਗਿਆ। ਤੇ ਉਸ ਤੋਂ ਬਾਅਦ ਇਹੀ ਸਾਡੀ ਰਾਜਧਾਨੀ ਆ। ਤਾਂ ਵੱਖ-ਵੱਖ ਸਮੇਂ ਦੇ ਵਿੱਚ ਵੱਖ-ਵੱਖ ਰਾਜਵੰਸ਼ਾਂ ਦੇ ਸਮੇਂ ਰਾਜਧਾਨੀਆਂ ਬਦਲਦੀਆਂ ਰਹਿੰਦੀਆਂ ਨੇ, ਕਿਉਂਕਿ ਜਗ੍ਹਾਵਾਂ ਜਿਹੜੀਆਂ ਉਹਨਾਂ ਦੀ ਇੰਪੋਰਟੈਂਸ, ਮਹੱਤਵਪੂਰਨਤਾ ਜਿਹੜੀ ਉਹ ਬਦਲਦੀ ਰਹਿੰਦੀ ਆ। ਜਿਵੇਂ ਜਿਵੇਂ ਸਮੇਂ ਦੇ ਨਾਲ ਬਦਲਾਅ ਆਉਂਦੇ ਨੇ, ਰਾਜਧਾਨੀਆਂ ਉੱਥੋਂ ਦੇ ਰਾਜ ਵੀ ਬਦਲਦੇ ਰਹਿੰਦੇ ਨੇ। ਤਾਂ ਅਸੀਂ ਇਸ ਲੈਕਚਰ ਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਕਿਸ ਤਰੀਕੇ ਨਾਲ ਸ਼ੁਰੂਆਤੀ ਦੌਰ ਤੋਂ ਲੈ ਕੇ ਪਹਿਲੀ ਸਿਵਲਾਈਜੇਸ਼ਨ ਤੋਂ ਲੈ ਕੇ, ਮਤਲਬ ਕਿ ਹੜੱਪਾ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਸਾਡੀਆਂ ਜਿਹੜੇ ਪ੍ਰਮੁੱਖ ਜਗ੍ਹਾਵਾਂ ਨੇ ਜਾਂ ਸਾਡੀਆਂ ਕੈਪੀਟਲਸ ਨੇ, ਉਹ ਕਿਸ ਤਰੀਕੇ ਨਾਲ ਬਦਲੀਆਂ ਨੇ, ਕਿਹੜੇ ਰਾਜਵੰਸ਼ ਦੀ ਕਿਹੜੀ ਕੈਪੀਟਲ ਸੀ। ਆਸ ਆ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਊਗਾ। ਜੋ ਵੀ ਤੁਹਾਡੇ ਸਵਾਲ ਇਨਕੁਆਇਰੀਜ਼ ਨੇ ਉਹ ਤੁਸੀਂ ਪੁੱਛਦੇ ਰਹਿਣਾਗਾ। ਅੱਜ ਲਈ ਇੰਨਾ ਕਾਫੀ ਆ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਥੈਂਕ ਯੂ ਵੈਰੀ ਮੱਚ।